किताब 1984 सिख कतलेआम दा सच। लेखक जरनैल सिंह पत्रकार दिल्ली। भाग 12वां अन्याय के खिलाफ जुत्ता। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। ये 12 अगस्त 2005 का दिन सी ते राज सभा की प्रैस गैलरी विच अज काफ़ी गहमा गहमी सी। मैं भी वक्त तो पहला ही उत्थे पहुँच चुका सी ਤਾਂ ਕਿ ਅੱਗੇ ਵਾਲੀ ਕਤਾਰ ਵਿੱਚ ਬੈਠ ਜਾਵਾਂ ਤੇ ਕੁਝ ਮਿਸ ਨਾ ਹੋ ਜਾਵੇ। ਆਮ ਤੌਰ ਤੇ ਰਿਪੋਰਟਰ ਹਮੇਸ਼ਾ ਇਸ ਖਦਸ਼ੇ ਨਾਲ ਘਿਰਿਆ ਰਹਿੰਦਾ ਹੈ, ਪਰ ਜਦੋਂ ਮਾਮਲਾ ਇੰਨਾ ਅਹਿਮ ਹੋਵੇ ਤਾਂ ਫਿਰ ਚੂਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਜਿਵੇਂ ਸਿਰ ਤੇ ਤਲਵਾਰ ਲਟਕੀ ਰਹਿੰਦੀ ਹੈ। 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਨਾਨਾਵਟੀ ਰਿਪੋਰਟ ਸਦਨ ਵਿੱਚ ਪੇਸ਼ ਹੋ ਚੁੱਕੀ ਸੀ। ਹੁਣ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਹ ਦੱਸਣਾ ਸੀ ਕਿ ਉਹ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕੀ ਕਦਮ ਚੁੱਕਣ ਜਾ ਰਹੇ ਹਨ। ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਕਾਰਵਾਈ ਰਿਪੋਰਟ ਦਾ ਇੱਕ ਪੁਲੰਦਾ ਸਾਹਮਣੇ ਰੱਖਿਆ ਸੀ, ਪਰ ਉਹ ਸਵਾਏ ਖਾਨਾ ਪੂਰਤੀ ਦੇ ਕੁਝ ਵੀ ਨਹੀਂ ਸੀ। ਪ੍ਰਧਾਨ ਮੰਤਰੀ ਸਦਨ ਵਿੱਚ ਆਏ ਤਾਂ ਕੁਝ ਭਾਵੁਕ ਪਰ ਸਹਿਜ ਨਜ਼ਰ ਆ ਰਹੇ ਸੀ। ਦਰਅਸਲ ਪਿਛਲੀ ਰਾਤ ਹੀ ਪ੍ਰਵਾਸੀ ਮਾਮਲਿਆਂ ਦੇ ਰਾਜ ਮੰਤਰੀ ਜਗਦੀਸ਼ ਟਾਈਟਲਰ ਨੂੰ ਮੰਤਰੀ ਮੰਡਲ ਤੋਂ ਹਟਣ ਲਈ ਰਾਜ਼ੀ ਕਰ ਲਿਆ ਗਿਆ ਸੀ। ਨਾਨਾਵਟੀ ਰਿਪੋਰਟ ਨੇ ਸੱਜਣ ਕੁਮਾਰ ਤੇ ਟਾਈਟਲਰ ਦੇ ਖਿਲਾਫ ਮਜ਼ਬੂਤ ਸਬੂਤਾਂ ਦੀ ਗੱਲ ਕਰਦੇ ਹੋਏ ਇਹਨਾਂ ਦੀ ਭੂਮਿਕਾ ਤੇ ਉਂਗਲ ਚੁੱਕੀ ਸੀ। ਇਹੀ ਨਹੀਂ, ਕਮਿਸ਼ਨ ਨੇ ਇਹਨਾਂ ਦੇ ਖਿਲਾਫ ਮਾਮਲੇ ਫਿਰ ਤੋਂ ਸ਼ੁਰੂ ਕਰਨ ਦੀ ਜ਼ੋਰਦਾਰ ਸਿਫਾਰਿਸ਼ ਕਰ ਦਿੱਤੀ ਸੀ। ਇਸ ਦੇ ਬਾਵਜੂਦ ਜੇਕਰ ਟਾਈਟਲਰ ਮੰਤਰੀ ਮੰਡਲ ਵਿੱਚ ਬਣੇ ਰਹਿੰਦੇ ਤਾਂ ਸਰਕਾਰ ਦੇ ਲਈ ਬੇਹੱਦ ਸ਼ਰਮਨਾਕ ਸਥਿਤੀ ਹੁੰਦੀ। ਇਸ ਤੋਂ ਪਹਿਲਾਂ ਕਿ ਵਿਰੋਧੀ ਧਿਰ ਅਸਤੀਫੇ ਦੀ ਮੰਗ ਕਰਦੀ, ਸਰਕਾਰ ਨੇ ਖੁਦ ਹੀ ਉਹਨਾਂ ਤੋਂ ਦੂਰੀ ਬਣਾਉਣ ਦਾ ਫੈਸਲਾ ਕਰ ਲਿਆ। ਪ੍ਰਧਾਨ ਮੰਤਰੀ ਨੇ ਜਦੋਂ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ ਤਾਂ ਪੂਰਾ ਸਦਨ ਤੇ ਪ੍ਰੈਸ ਗੈਲਰੀ ਵਿੱਚ ਬੈਠੇ ਪੱਤਰਕਾਰ ਇੱਕ ਇੱਕ ਅੱਖਰ ਧਿਆਨ ਨਾਲ ਸੁਣ ਰਹੇ ਸੀ। ਉਹਨਾਂ ਨੇ ਗੁਰਬਾਣੀ ਦੀਆਂ ਕੁਝ ਤੁਕਾਂ ਦਾ ਸਹਾਰਾ ਲਿਆ ਅਤੇ ਸਿੱਖ ਕੌਮ ਦੇ ਜੀਵਨ, ਸੰਘਰਸ਼ ਤੇ ਦੇਸ਼ ਪ੍ਰਤੀ ਸੇਵਾਵਾਂ ਦੀ ਤਾਰੀਫ ਦਾ ਪੁਲੰਦਾ ਬੰਨ੍ਹਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਸਿੱਖ ਕਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਲੜਦੇ ਹੋਏ ਅੱਗੇ ਵਧੇ ਹਨ, ਆਜ਼ਾਦੀ ਵਿੱਚ ਕਿਸ ਤਰ੍ਹਾਂ ਅਗਾਂਹ ਵਧੂ ਭੂਮਿਕਾ ਨਿਭਾਈ ਤੇ ਵੰਡ ਦੇ ਦੁੱਖ ਨੂੰ ਝੱਲਣ ਦੇ ਬਾਅਦ ਵੀ ਅੱਗੇ ਵਧਦੇ ਰਹੇ। ਦੇਸ਼ ਦੇ ਲਈ ਸਿੱਖਾਂ ਦੀ ਭੂਮਿਕਾ ਨੂੰ ਸਹੀ ਤਰ੍ਹਾਂ ਰੱਖ ਰਹੇ ਪ੍ਰਧਾਨ ਮੰਤਰੀ ਦੇ ਇਹ ਲਫ਼ਜ਼ ਸਕੂਨ ਦੇ ਰਹੇ ਸੀ। ਇਸ ਦੇ ਬਾਅਦ ਉਹ ਨਾਨਾਵਟੀ ਕਮਿਸ਼ਨ ਦੀ ਰਿਪੋਰਟ ਤੇ ਆਏ ਅਤੇ ਕਿਹਾ ਕਿ ਇਸ ਵਿੱਚ ਜੋ ਵੀ ਸਿਫਾਰਸ਼ਾਂ ਕੀਤੀਆਂ ਗਈਆਂ ਹਨ ਉਹਨਾਂ ਦੇ ਆਧਾਰ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਮਿਸ਼ਨ ਵੱਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉੱਤੇ ਦੋਸ਼ ਨਾ ਹੋਣ ਦੀ ਗੱਲ ਕਹੀ, ਜੋ ਕਿ ਮੇਰੇ ਗਲੇ ਨਾ ਉਤਰੀ। ਨਾਲ ਹੀ ਕਿਹਾ ਕਿ CBI ਇਹਨਾਂ ਮਾਮਲਿਆਂ ਦੀ ਜਾਂਚ ਕਰੇਗੀ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੰਗਾ ਪੀੜਤਾਂ ਦੇ ਲਈ ਮੁਆਵਜ਼ੇ ਦੀ ਰਕਮ ਵਧਾ ਦਿੱਤੀ ਗਈ ਹੈ ਤੇ ਤੈਅ ਕੀਤੇ ਸਮੇਂ ਵਿੱਚ ਹੀ ਅਦਾਇਗੀ ਕੀਤੀ ਜਾਵੇਗੀ। ਪਰ ਉਸ ਦੇ ਬਾਅਦ ਉਹਨਾਂ ਨੇ ਜੋ ਕਿਹਾ ਉਹ ਇਤਿਹਾਸ ਬਣ ਗਿਆ। ਪ੍ਰਧਾਨ ਮੰਤਰੀ ਕਹਿ ਰਹੇ ਸੀ, 1984 ਵਿੱਚ ਜੋ ਸਿੱਖਾਂ ਦੇ ਨਾਲ ਹੋਇਆ ਉਹ ਦੇਸ਼ ਦੇ ਮੱਥੇ ਤੇ ਕਲੰਕ ਹੈ ਤੇ ਮੇਰਾ ਸਿਰ ਉਸ ਲਈ ਸ਼ਰਮ ਨਾਲ ਝੁਕਦਾ ਹੈ। ਉਹਨਾਂ ਨੇ ਸਰਕਾਰ ਤੇ ਦੇਸ਼ ਵੱਲੋਂ ਸਿੱਖਾਂ ਤੋਂ ਮੁਆਫੀ ਮੰਗੀ। ਕਦੇ ਦੇਸ਼ ਦੇ ਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਤਲੇਆਮ ਨੂੰ ਜਾਇਜ਼ ਕਰਾਰ ਦਿੰਦਿਆਂ ਟਿੱਪਣੀ ਕਰਦਿਆਂ ਕਿਹਾ ਸੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਪਰ ਅੱਜ ਦੇਸ਼ ਦਾ ਹੀ ਇੱਕ ਹੋਰ ਪ੍ਰਧਾਨ ਮੰਤਰੀ ਉਸ ਨੂੰ ਕਲੰਕ ਦੱਸ ਕੇ ਸ਼ਰਮ ਨਾਲ ਸਿਰ ਨੂੰ ਝੁਕਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਤਿਹਾਸ ਤਾਂ ਦੁਬਾਰਾ ਨਹੀਂ ਲਿਖ ਸਕਦੇ, ਪਰ ਭਵਿੱਖ ਨੂੰ ਚੰਗਾ ਬਣਾ ਸਕਦੇ ਹਾਂ। ਇਸ ਬਿਆਨ ਦੇ ਬਾਅਦ ਵਿਰੋਧੀ ਧਿਰ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਸਾਰੇ ਪ੍ਰੈਸ ਰਿਪੋਰਟਰ ਇਹੀ ਕਹਿ ਰਹੇ ਸੀ ਕਿ ਅੱਜ ਮਨਮੋਹਨ ਸਿੰਘ ਨੇ ਜਿਸ ਤਰ੍ਹਾਂ ਦਾ ਭਾਸ਼ਣ ਦਿੱਤਾ ਉਹ ਅਦੁੱਤੀ ਸੀ। ਭਾਸ਼ਣ ਤਾਂ ਅਦੁੱਤੀ ਸੀ ਹੀ, 21 ਸਾਲਾਂ ਤੋਂ ਤੜਫਦੇ ਸਿੱਖ ਦਿਲਾਂ ਤੇ ਕੁਝ ਮਰਮ ਵੀ ਲੱਗਾ ਸੀ। ਨਾਲ ਹੀ ਇਹ ਵੀ ਭਰੋਸਾ ਦਿਵਾਇਆ ਕਿ CBI ਦੰਗਿਆਂ ਦੇ ਦੋਸ਼ੀਆਂ ਦੇ ਖਿਲਾਫ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ। ਇਹ ਖਬਰ ਮੈਂ ਹੀ ਬਣਾਉਣੀ ਸੀ ਤੇ ਉਸ ਦਿਨ ਦੀ ਲੀਡ ਸੀ। ਖਬਰ ਲਿਖਣ ਦੇ ਨਾਲ ਹੀ ਮੈਨੂੰ ਲੱਗਾ ਕਿ ਮੇਰੇ ਸਿਰ ਤੋਂ ਵੀ ਬਹੁਤ ਵੱਡਾ ਭਾਰ ਉਤਰ ਗਿਆ। ਦਿਲ ਦੇ ਕਿਸੇ ਕੋਨੇ ਵਿੱਚ ਸੁਖਦ ਅਹਿਸਾਸ ਹੋ ਰਿਹਾ ਸੀ। ਭਲੇ ਹੀ ਪ੍ਰਧਾਨ ਮੰਤਰੀ ਸਿੱਖ ਸੀ,
ਪਰ ਸੰਸਦ ਵਿੱਚ ਇੱਕ ਪ੍ਰਧਾਨ ਮੰਤਰੀ ਨੇ ਸਿੱਖ ਦੰਗਿਆਂ ਤੇ ਅਫਸੋਸ ਤਾਂ ਜਤਾਇਆ। ਕਿਧਰੇ ਇਹ ਹਾਲਾਤ ਸਨ ਜਦੋਂ ਸਿੱਖ ਕਤਲੇਆਮ ਦੇ ਬਾਅਦ ਸੰਸਦ ਦੀ ਬੈਠਕ ਹੋਈ ਤਾਂ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਤੇ ਸ਼ੋਕ ਪ੍ਰਸਤਾਵ ਤਾਂ ਆਇਆ, ਪਰ ਦੇਸ਼ ਵਿੱਚ ਮਾਰੇ ਗਏ 5000 ਨਿਰਦੋਸ਼ ਸਿੱਖਾਂ ਦੇ ਬਾਰੇ ਵਿੱਚ ਇੱਕ ਲਫ਼ਜ਼ ਤੱਕ ਨਹੀਂ ਕਿਹਾ ਗਿਆ। ਉਸ ਵਕਤ ਸੱਤਾ ਧਿਰ ਤਾਂ ਮੌਨ ਰਹੀ ਹੀ, ਵਿਰੋਧੀ ਧਿਰ ਨੇ ਵੀ ਆਪਣੀ ਜ਼ੁਬਾਨ ਨਹੀਂ ਖੋਲ੍ਹੀ ਸੀ। ਇੰਜ ਜਤਾਇਆ ਗਿਆ ਜਿਵੇਂ 5000 ਨਿਰਦੋਸ਼ ਸਿੱਖਾਂ ਦਾ ਮਾਰਿਆ ਜਾਣਾ ਇਸ ਦੇਸ਼ ਦੇ ਲਈ ਕੋਈ ਅਹਿਮੀਅਤ ਹੀ ਨਹੀਂ ਰੱਖਦਾ। ਬਾਅਦ ਵਿੱਚ ਭੋਪਾਲ ਗੈਸ ਕਾਂਡ ਵਿੱਚ ਮਾਰੇ ਗਏ ਲੋਕਾਂ ਨੂੰ ਲੈ ਕੇ ਤਾਂ ਸ਼ੋਕ ਪ੍ਰਸਤਾਵ ਆਏ, ਪਰ ਸਿੱਖ ਕਤਲੇਆਮ ਦੇ ਬਾਰੇ ਕਦੇ ਨਹੀਂ। ਜਿਸ ਸੰਸਦ ਵਿੱਚ ਕਿਸੇ ਇੱਕ ਅਖਬਾਰ ਵਿੱਚ ਜ਼ਰਾ ਜਿਹਾ ਕੁਝ ਛਪ ਜਾਣ ਤੇ ਵੀ ਸੰਸਦ ਅਗਲੇ ਦਿਨ ਹੰਗਾਮਾ ਕਰ ਦਿੰਦੇ ਹਨ ਤੇ ਛੋਟੇ-ਮੋਟੇ ਦੰਗਿਆਂ ਤੇ ਵੀ ਸੰਸਦ ਕਈ ਦਿਨ ਠੱਪ ਹੋ ਜਾਂਦੀ ਹੈ। ਉੱਥੇ 1984 ਦੇ ਕਤਲੇਆਮ ਨੂੰ ਲੈ ਕੇ ਇਸ ਰਿਪੋਰਟ ਦੇ ਆਉਣ ਤੋਂ ਪਹਿਲਾਂ ਕਦੇ ਚਰਚਾ ਤੱਕ ਨਹੀਂ ਹੋਈ ਸੀ। ਮੈਂ ਇਹ ਤੱਥ ਜਾਣ ਕੇ ਹੈਰਾਨ ਹੋਇਆ। ਸੰਸਦ ਕਵਰ ਕਰਦਿਆਂ ਤਕਰੀਬਨ 10 ਸਾਲ ਹੋ ਚੱਲੇ ਸੀ ਤੇ ਮੈਨੂੰ ਇੱਕਦਮ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਦੇਸ਼ ਦੀ ਸੰਸਦ ਵਿੱਚ ਐਸਾ ਵੀ ਹੋਇਆ ਹੋਵੇਗਾ। 1984 ਦੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 545 ਵਿੱਚੋਂ 404 ਸੀਟਾਂ ਮਿਲ ਗਈਆਂ ਸੀ। ਭਾਜਪਾ ਨੂੰ 2 ਹੀ ਮਿਲੀਆਂ ਸੀ। ਵਿਰੋਧੀ ਧਿਰ ਦਾ ਨੇਤਾ ਮਾਕਪਾ ਤੋਂ ਚੁਣਿਆ ਗਿਆ ਕਿਉਂਕਿ ਉਹਨਾਂ ਨੂੰ 22 ਸੀਟਾਂ ਮਿਲੀਆਂ ਸੀ। ਧਰਮ ਨਿਰਪੱਖਤਾ ਦਾ ਚੈਂਪੀਅਨ ਹੋਣ ਦਾ ਦਮ ਭਰਨ ਵਾਲੀ ਮਾਕਪਾ ਨੂੰ ਸ਼ਾਇਦ ਮਾਰੇ ਗਏ ਸਿੱਖਾਂ ਦੀਆਂ ਚੀਖਾਂ ਨਾਲ ਕੋਈ ਮਤਲਬ ਨਹੀਂ ਸੀ। ਵੈਸੇ ਵੀ ਵਾਮਪੰਥੀਆਂ ਦਾ ਮੁਸਲਿਮ ਪ੍ਰੇਮ ਤਾਂ ਜਗਜ਼ਾਰ ਹੈ, ਪਰ ਜਦੋਂ ਸਿੱਖਾਂ ਦੇ ਨਾਲ ਅਨਿਆਂ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦੇ ਮੂੰਹ ਸੀਤੇ ਜਾਂਦੇ ਹਨ। ਵਾਮਪੰਥੀਆਂ ਦੇ ਮਜ਼ਦੂਰਾਂ, ਪਛੜਿਆਂ ਤੇ ਗਰੀਬਾਂ ਨੂੰ ਲੈ ਕੇ ਸੰਵੇਦਨਾਤਮਕ ਰਵੱਈਏ ਦੇ ਪ੍ਰਤੀ ਮੇਰੇ ਮਨ ਵਿੱਚ ਸਨਮਾਨ ਹੈ, ਪਰ ਉਹਨਾਂ ਦਾ ਸਿੱਖਾਂ ਪ੍ਰਤੀ ਰਵੱਈਆ ਅੱਜ ਤੱਕ ਸਮਝ ਨਹੀਂ ਆਇਆ। ਜੇਕਰ ਧਰਮ ਤੋਂ ਉਹਨਾਂ ਨੂੰ ਐਲਰਜੀ ਹੈ ਤਾਂ ਫਿਰ ਸਾਰੇ ਧਰਮਾਂ ਦੇ ਪ੍ਰਤੀ ਇੱਕੋ ਜਿਹਾ ਰੁਖ ਕਿਉਂ ਨਹੀਂ ਰੱਖਦੇ? ਜੋ ਵੀ ਹੋਵੇ, ਦੇਸ਼ ਦੇ ਇਸ ਸਭ ਤੋਂ ਵੱਡੀ ਪੰਚਾਇਤ ਨੇ ਇਸ ਮੁੱਦੇ ਨੂੰ ਕਦੀ ਚਰਚਾ ਦੇ ਲਾਇਕ ਤੱਕ ਨਹੀਂ ਸਮਝਿਆ ਸੀ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੇ ਇਤਿਹਾਸ ਰਚ ਦਿੱਤਾ ਸੀ ਤੇ ਸਿੱਖਾਂ ਦੇ ਦੁਖੀ ਦਿਲਾਂ ਤੇ ਕੁਝ ਹੱਦ ਤੱਕ ਮਰਮ ਲੱਗ ਗਈ ਸੀ। ਸਰਕਾਰ ਨੇ ਮੁਆਵਜ਼ੇ ਦੇ ਮਾਮਲੇ ਵਿੱਚ ਬੇਹੱਦ ਤਤਪਰਤਾ ਵਿਖਾਈ, ਪਰ ਦੋਸ਼ੀਆਂ ਨੂੰ ਸਜ਼ਾ ਦੇ ਮਾਮਲੇ ਵਿੱਚ CBI ਜਾਂਚ ਅੱਗੇ ਵਧਾਉਣ ਨੂੰ ਤਿਆਰ ਨਜ਼ਰ ਨਹੀਂ ਆ ਰਹੀ ਸੀ। ਉਸ ਨੇ ਪਹਿਲਾਂ ਤਾਂ ਇਹਨਾਂ ਮਾਮਲਿਆਂ ਨੂੰ ਸ਼ੁਰੂ ਕਰਨ ਵਿੱਚ ਹੀ ਆਨਾਕਾਨੀ ਕੀਤੀ, ਪਰ ਫਿਰ ਬੇਮਨ ਨਾਲ ਇਸ ਵਿੱਚ ਲੱਗ ਗਈ। ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਲੰਮੇ ਸਮੇਂ ਬਾਅਦ ਦਸੰਬਰ 1999 ਈਸਵੀ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਈ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਵੈਂਟਸ ਲਾਈਕ ਦਾ 1984 ਹੈਪਨਿੰਗ should never happen again. We are entering in a new millennium. Let us do so in a spirit of forgiveness. ਸੰਕੇਤ ਸਾਫ਼ ਸੀ ਕਿ ਉਹ ਸਿੱਖਾਂ ਤੇ ਪੰਜਾਬ ਦੇ ਨਾਲ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਦੀ ਸੀ। ਵੈਸੇ ਇਹ ਬਿਆਨ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਤਾ ਗਿਆ ਸੀ। ਹੁਣ ਸਤੰਬਰ 2008 ਵਿੱਚ ਰਾਹੁਲ ਗਾਂਧੀ ਨੇ ਪੰਜਾਬ ਦਾ ਦੌਰਾ ਕੀਤਾ। ਰਾਹੁਲ ਗਾਂਧੀ ਦਾ ਇਹ ਦੌਰਾ ਪੰਜਾਬ ਦੇ ਨੌਜਵਾਨਾਂ ਨਾਲ ਖੁਦ ਨੂੰ ਜੋੜਨ ਲਈ ਸੀ। ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਵਿੱਚ ਉਸਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ The 1984 riots were wrong and I strongly condemn the carnage. ਲੱਗਾ ਕਿ ਉਹ ਸੰਜੀਦਾ ਨੇ, ਪਰ ਪੰਜਾਬ ਤੋਂ ਵਾਪਸ ਆਉਂਦਿਆਂ ਹੀ ਅਗਲੇ ਦਿਨ ਜਦੋਂ ਦਿੱਲੀ ਦੇ ਚੋਣਾਂ ਦੇ ਸਬੰਧ ਵਿੱਚ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਤੇ ਟਾਈਟਲਰ ਦੇ ਨਾਲ ਉਹਨਾਂ ਦੀ ਫੋਟੋ ਸਾਰੀਆਂ ਅਖਬਾਰਾਂ ਵਿੱਚ ਪ੍ਰਮੁਖਤਾ ਨਾਲ ਛਪੀ ਤਾਂ ਸਿੱਖਾਂ ਨੂੰ ਬੇਹੱਦ ਅਫਸੋਸ ਹੋਇਆ। ਸੱਚ ਸਾਹਮਣੇ ਆ ਗਿਆ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਨੇ। ਰਾਹੁਲ ਗਾਂਧੀ ਦੇ ਬਿਆਨ ਦਾ ਇੱਕ ਦਿਨ ਪਹਿਲਾਂ ਸਵਾਗਤ ਕਰ ਰਹੀ ਸਿੱਖ ਫੋਰਮ ਨੇ ਅਗਲੇ ਦਿਨ ਇਸ ਤੇ ਬੇਹੱਦ ਨਿਰਾਸ਼ਾ ਜਤਾਈ। ਇਹ ਸਭ ਬਿਆਨਬਾਜ਼ੀ ਰਾਜਨੀਤਿਕ ਸੀ, ਦਿਲ ਤੋਂ ਗਲਤੀ ਕਬੂਲ ਨਹੀਂ ਕੀਤੀ ਜਾ ਰਹੀ ਸੀ, ਜਾਂ ਫਿਰ ਕੁਝ ਅਜਿਹਾ ਡਰ ਹੈ ਕਿ ਦੋਸ਼ੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਇਹ ਦੋਸ਼ੀ ਖੁਦ ਫਸਣ ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਟੌਪ ਲੀਡਰਸ਼ਿਪ ਨੂੰ ਵੀ
ਕਟਹਿਰੇ ਵਿੱਚ ਨਾ ਖੜਾ ਕਰ ਦੇਣ। ਵੈਸੇ ਵੀ ਇਹ ਵਿਸ਼ਵਾਸ ਕਰਨਾ ਨਿਰੀ ਬੇਵਕੂਫੀ ਦੇ ਕੁਝ ਨਹੀਂ ਹੋਵੇਗਾ ਕਿ ਇਹਨਾਂ ਦੋਸ਼ੀ ਨੇਤਾਵਾਂ ਨੇ ਖੁਦ ਹੀ ਸਿੱਖਾਂ ਦੇ ਕਤਲੇਆਮ ਦਾ ਫੈਸਲਾ ਕਰ ਲਿਆ ਸੀ। ਜਦ ਤੱਕ ਸੱਤਾ ਦੇ ਬਾਕੀ ਆਗੂਆਂ ਤੋਂ ਉਹਨਾਂ ਨੂੰ ਅਜਿਹਾ ਕਰਨ ਦੇ ਨਿਰਦੇਸ਼ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਤਲੇਆਮ ਲਈ ਸਹਿਯੋਗ, ਤਸੱਲੀ ਤੇ ਹਿੰਮਤ ਨਾ ਦਿੱਤੀ ਗਈ ਹੋਵੇ, ਕੋਈ ਵੀ ਨੇਤਾ ਅਜਿਹਾ ਕਤਲੇਆਮ ਨਹੀਂ ਕਰਾ ਸਕਦਾ ਸੀ। ਡਾਕਟਰ ਸੰਗਤ ਸਿੰਘ ਤੇ ਰਜਨੀ ਕੋਠਾਰੀ ਵਰਗੇ ਇਤਿਹਾਸਕਾਰਾਂ ਨੇ ਸ਼ੰਕਾ ਜਤਾਈ ਹੈ ਕਿ 1985 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ ਤਾਂ ਕਿ ਫਿਰਕੂ ਰੰਗਤ ਦਿੱਤੀ ਜਾ ਸਕੇ, ਪਰ ਇੰਦਰਾ ਗਾਂਧੀ ਦੀ ਮੌਤ ਕਰਕੇ ਇਸ ਨੂੰ ਕੁਝ ਦਿਨ ਪਹਿਲਾਂ ਹੀ ਅਮਲ ਵਿੱਚ ਲੈ ਆਇਆ ਗਿਆ। ਇਸ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਪਤਾ ਨਹੀਂ, ਪਰ ਨਾਨਾਵਟੀ ਕਮਿਸ਼ਨ ਨੇ ਸਾਫ਼ ਕਿਹਾ ਹੈ ਕਿ ਦੰਗੇ ਪੂਰੀ ਤਰ੍ਹਾਂ ਪਹਿਲਾਂ ਤੋਂ ਯੋਜਨਾਬੱਧ ਸਨ ਤੇ ਸੰਗਠਿਤ ਤਰੀਕੇ ਨਾਲ ਕੀਤੇ ਗਏ। ਅਜਿਹੀ ਯੋਜਨਾ ਕੀ ਇੱਕ ਦਿਨ ਵਿੱਚ ਬਣ ਸਕਦੀ ਹੈ? ਇਹ ਵੀ ਆਸਾਨ ਨਹੀਂ ਲੱਗਦਾ। ਬਿਆਨਾਂ ਨਾਲ ਸਿੱਖਾਂ ਦਾ ਦਰਦ ਦੂਰ ਕਰਨ ਦੀ ਕੋਸ਼ਿਸ਼ ਤਾਂ ਹੋ ਰਹੀ ਸੀ, ਪਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਸਾਫ਼ ਤੌਰ ਤੇ ਨਜ਼ਰ ਆਈ। ਜ਼ਿਆਦਾ ਜ਼ੋਰ ਮੁਆਵਜ਼ਾ ਦੇ ਕੇ ਸਿੱਖਾਂ ਨੂੰ ਇਸ ਕਤਲੇਆਮ ਨੂੰ ਭੁੱਲ ਜਾਣ ਲਈ ਹੀ ਕਹਿਣ ਤੇ ਹੀ ਸੀ। ਸਰਕਾਰ ਸ਼ਾਇਦ ਸਿੱਖਾਂ ਦੇ ਮਨਾਂ ਵਿੱਚ ਲੱਗੇ 1984 ਦੇ ਜ਼ਖਮਾਂ ਨੂੰ ਬਹੁਤ ਹਲਕਿਆਂ ਲੈ ਰਹੀ ਸੀ। ਜਗਦੀਸ਼ ਟਾਈਟਲਰ ਦੇ ਮਾਮਲੇ ਵਿੱਚ ਵੀ ਜਦੋਂ ਕੋਰਟ ਨੇ ਫਟਕਾਰ ਲਾਈ ਤਾਂ ਕਿਤੇ ਉਸ ਨੇ ਅਮਰੀਕਾ ਜਾ ਕੇ ਗਵਾਹ ਜਸਬੀਰ ਸਿੰਘ ਦਾ ਬਿਆਨ ਲਿਆ, ਜਦ ਕਿ ਪਹਿਲਾਂ ਸੀਬੀਆਈ ਇਹੀ ਦੱਸਦੀ ਰਹੀ ਕਿ ਉਹ ਗਵਾਹ ਨੂੰ ਲੱਭ ਨਹੀਂ ਸਕੀ। ਸੀਬੀਆਈ ਦਾ ਇਹ ਰਵੱਈਆ ਬੇਹੱਦ ਦੁਖਦਾਈ ਸੀ। ਜਿਸ ਮਾਮਲੇ ਵਿੱਚ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕੀਤਾ, ਉਸ ਨੂੰ ਚੁਣੌਤੀ ਦੇਣ ਵਿੱਚ ਹੀ 5 ਸਾਲ ਲਗਾ ਦਿੱਤੇ। ਨਾਨਾਵਟੀ ਕਮਿਸ਼ਨ ਦੀ ਸਿਫਾਰਿਸ਼ ਦੇ ਬਾਵਜੂਦ ਸਰਕਾਰ ਨੇ ਕਤਲੇਆਮ ਦੇ ਗੁਨਾਹਗਾਰ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਜਾਂ ਤਾਂ ਉਹ ਰਿਟਾਇਰ ਹੋ ਚੁੱਕੇ ਤੇ ਜਾਂ ਇੰਨੇ ਲੰਮੇ ਸਮੇਂ ਬਾਅਦ ਉਹਨਾਂ ਤੇ ਕਾਰਵਾਈ ਕਰਨਾ ਸੰਭਵ ਨਹੀਂ ਸੀ। ਅਸਲ ਵਿੱਚ ਇੱਥੇ ਵੀ ਰਾਜਨੀਤਿਕ ਇੱਛਾ ਸ਼ਕਤੀ ਦੀ ਹੀ ਘਾਟ ਸੀ। ਜੇਕਰ ਸਰਕਾਰ ਚਾਹੁੰਦੀ ਤਾਂ ਰਾਹ ਕੱਢ ਸਕਦੀ ਸੀ। ਇਹ ਗੱਲਾਂ ਦਿਲ ਨੂੰ ਚੁਭਦੀਆਂ ਹਨ। ਇਸੇ ਦੌਰਾਨ ਜਨਵਰੀ 2009 ਵਿੱਚ ਹਾਈ ਕੋਰਟ ਨੇ 1984 ਦੇ ਇੱਕ ਮਾਮਲੇ ਵਿੱਚ ਟਿੱਪਣੀ ਕੀਤੀ ਕਿ 1984 ਦੇ ਜ਼ਖਮ ਹੁਣ ਭਰ ਚੁੱਕੇ ਨੇ, ਇਸ ਲਈ ਮਾਮਲੇ ਨੂੰ ਘਸੀਟਦੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਇਹ ਟਿੱਪਣੀ ਦਿਲ ਨੂੰ ਛੇਕ ਗਈ। ਇਹ ਜ਼ਾਹਰ ਕਰ ਰਹੀ ਸੀ ਕਿ ਸਿਸਟਮ ਮੰਨ ਚੁੱਕਾ ਹੈ ਕਿ 1984 ਦੇ ਜ਼ਖਮ ਭਰ ਚੁੱਕੇ ਹਨ, ਨਿਆਂ ਹੋਇਆ ਨਹੀਂ, ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਨਹੀਂ ਤੇ ਮਾਰੇ ਗਏ ਨਿਰਦੋਸ਼ ਸਿੱਖਾਂ ਦੀਆਂ ਵਿਧਵਾਵਾਂ ਤੇ ਬੱਚੇ ਪਲ ਪਲ ਉਸ ਅਨਿਆਂ ਨੂੰ ਲੈ ਕੇ ਹੰਝੂ ਵਹਾ ਰਹੇ ਨੇ। ਪਰ ਇੱਥੇ ਕਿਹਾ ਜਾ ਰਿਹਾ ਹੈ ਕਿ ਜ਼ਖਮ ਭਰ ਗਏ ਹਨ। ਦੋਸ਼ੀਆਂ ਦੇ ਖਿਲਾਫ 11 ਸਾਲਾਂ ਬਾਅਦ ਪਹਿਲੀ FIR ਦਰਜ ਹੋਈ। ਗਵਾਹਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਬਿਆਨ ਬਦਲਣ ਤੇ ਮਜਬੂਰ ਕਰਕੇ ਨਿਆਂ ਦਾ ਮਜ਼ਾਕ ਬਣਾ ਦਿੱਤਾ ਤੇ ਫਿਰ ਕਿਹਾ ਜਾ ਰਿਹਾ ਹੈ ਕਿ ਜ਼ਖਮ ਭਰ ਗਏ ਹਨ। ਲੱਗਾ ਕਿ ਕਿਤੇ ਇਸ ਟਿੱਪਣੀ ਨੂੰ ਆਧਾਰ ਬਣਾ ਕੇ ਬਾਕੀ ਕੇਸ ਨਾ ਖਤਮ ਕਰ ਦੇਣ। ਕਤਲੇਆਮ ਦੇ ਪੀੜਤ ਕੋਈ ਭੀਖ ਤਾਂ ਨਹੀਂ ਮੰਗ ਰਹੇ। ਨਿਆਂ ਦੀ ਮੰਗ ਕਰਨਾ ਜਾਂ ਆਸ ਕਰਨਾ ਕੀ ਕੋਈ ਗੁਨਾਹ ਹੋ ਗਿਆ ਹੈ? ਆਖਰ ਕੌਣ ਦੇਵੇਗਾ ਨਿਆਂ? ਕੀ ਇਤਿਹਾਸ ਵਿੱਚ ਇਹ ਕਤਲੇਆਮ ਇਸੇ ਤਰ੍ਹਾਂ ਦਰਜ ਹੋਵੇਗਾ ਕਿ 5000 ਨਿਰਦੋਸ਼ਾਂ ਦਾ ਕਤਲ ਹੋਇਆ ਪਰ ਭਾਰਤ ਵਿੱਚ ਪੀੜਤਾਂ ਨੂੰ ਕੋਈ ਨਿਆਂ ਨਹੀਂ ਮਿਲਿਆ? ਇਹ ਸਾਰੀਆਂ ਗੱਲਾਂ ਮੇਰੇ ਮਾਨਸਿਕ ਉਥਲ-ਪੁਥਲ ਦਾ ਕਾਰਨ ਬਣ ਚੁੱਕੀਆਂ ਸੀ। ਇਸ ਦੌਰਾਨ 18 ਫਰਵਰੀ ਨੂੰ ਇੱਕ ਹੋਰ ਖਬਰ ਆਈ ਜਿਸ ਨੇ ਬੁਰੀ ਤਰ੍ਹਾਂ ਹਿਲਾ ਦਿੱਤਾ। ਪੰਜਾਬ ਦੇ ਮੋਹਾਲੀ ਵਿੱਚ ਇੱਕ ਹੋਰ ਗਵਾਹ ਗੁਰਚਰਨ ਸਿੰਘ ਨੇ ਦਮ ਤੋੜ ਦਿੱਤਾ ਸੀ। ਉਹ 1984 ਵਿੱਚ ਜ਼ਖਮੀ ਹੋਣ ਦੇ ਬਾਅਦ ਤੋਂ ਬਿਸਤਰ ਤੇ ਸੀ ਤੇ ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਸੀ। ਕਤਲੇਆਮ ਵਿੱਚ ਲੱਗੇ ਜ਼ਖਮਾਂ ਕਰਕੇ ਉਸ ਦਾ ਸਰੀਰ ਪੈਰਾਲਾਈਜ਼ ਹੋ ਗਿਆ ਤੇ ਉਹ ਉਦੋਂ ਤੋਂ ਬਿਸਤਰੇ ਤੇ ਹੀ ਸੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਨੂੰ ਇਹ ਖਬਰ ਦਿੱਤੀ। ਸੱਜਣ ਕੁਮਾਰ ਦੇ ਖਿਲਾਫ ਗਵਾਹੀ ਦੇਣ ਵਾਲੀ ਅਨੇਕ ਕੌਰ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕੀ ਸੀ। ਹੁਣ ਗਵਾਹ ਵੀ ਦੁਨੀਆ ਤੋਂ ਕੂਚ ਕਰਨ ਲੱਗੇ ਸੀ, ਪਰ ਨਿਆਂ ਦਾ ਚੱਕਰ ਘੁੰਮਣ ਨੂੰ ਹੀ ਰਾਜ਼ੀ ਨਹੀਂ ਸੀ। ਸੰਸਦ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਜੋ ਵਾਅਦੇ ਕੀਤੇ ਗਏ ਸੀ ਉਹ ਹਵਾ ਹੋ ਗਏ ਸੀ। ਇਹ ਗੱਲ ਦਿਲ ਨੂੰ ਚੋਟ ਪਹੁੰਚਾ ਰਹੀ ਸੀ।
ਸਿੱਖਾਂ ਦੀਆਂ ਭਾਵਨਾਵਾਂ ਤੇ ਅਨਿਆਂ ਨੂੰ ਹਲਕੇ ਢੰਗ ਨਾਲ ਲਿਆ ਜਾ ਰਿਹਾ ਸੀ। ਕੌੜੇ ਅਤੀਤ ਨੂੰ ਦਫਨ ਕਰਕੇ ਨਵੇਂ ਸਬੰਧਾਂ ਦਾ ਹੋਕਾ ਦੇਣ ਵਾਲੀ ਕਾਂਗਰਸ ਪਾਰਟੀ ਨੇ ਹੁਣ ਸਿੱਖ ਕਤਲੇਆਮ ਦਾ ਚਿਹਰਾ ਬਣ ਚੁੱਕੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਟਿਕਟ ਦੇ ਦਿੱਤੀ। ਇਨ੍ਹਾਂ ਦੋਸ਼ੀਆਂ ਨੂੰ ਟਿਕਟ ਮਿਲਣਾ ਸਿੱਖਾਂ ਨੂੰ ਹਮੇਸ਼ਾ ਮੂੰਹ ਤੇ ਚਪੇੜ ਵਰਗਾ ਮਹਿਸੂਸ ਹੁੰਦਾ ਰਿਹਾ ਹੈ। ਮਨ ਸੋਚਣ ਲੱਗਦਾ ਹੈ ਕਿ ਜਦੋਂ ਸੋਨੀਆ ਗਾਂਧੀ ਗੁਜਰਾਤ ਦੰਗਿਆਂ ਦੇ ਲਈ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਮੌਤ ਦੇ ਸੌਦਾਗਰ ਦੱਸਣ ਤੋਂ ਗੁਰੇਜ਼ ਨਹੀਂ ਕਰਦੀ, ਤਾਂ ਫਿਰ 1984 ਦੇ ਸਿੱਖ ਕਤਲੇਆਮ ਲਈ ਜੋ ਚਿਹਰੇ ਸਿੱਖ ਭੁੱਲ ਨਹੀਂ ਸਕਦੇ, ਉਹਨਾਂ ਨੂੰ ਟਿਕਟ ਕਿਵੇਂ ਦੇ ਦਿੱਤਾ। ਸੱਜਣ ਕੁਮਾਰ ਤੇ ਟਾਈਟਲਰ ਨੂੰ ਹਰ ਉਸ ਕਮਿਸ਼ਨ ਤੇ ਕਮੇਟੀ ਨੇ ਦੋਸ਼ੀ ਦੱਸਿਆ ਸੀ ਜਿਸ ਦਾ ਗਠਨ ਕਾਂਗਰਸ ਸਰਕਾਰਾਂ ਦੇ ਵਕਤ ਹੋਇਆ। ਇਨਸਾਫ ਬਗੈਰ ਸਿੱਖਾਂ ਨੂੰ ਤਸੱਲੀ ਨਹੀਂ ਮਿਲ ਸਕਦੀ, ਪਰ ਕੀ ਇੰਨੇ ਵੱਡੇ ਕਤਲੇਆਮ ਤੇ ਸਿੱਖਾਂ ਨਾਲ ਨਾ ਇਨਸਾਫੀ ਦੇ ਦਰਦ ਨੂੰ ਦੂਰ ਕਰਨ ਲਈ ਕਾਂਗਰਸ ਇੰਨਾ ਵੀ ਨਹੀਂ ਕਰ ਸਕਦੀ ਸੀ ਕਿ ਇਹਨਾਂ ਨੂੰ ਟਿਕਟਾਂ ਨਾ ਦੇਵੇ। ਡਾਕਟਰ ਮਾਲੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ, ਪਰ ਇਸ ਨਾਲ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਤਾਂ ਨਹੀਂ ਮਿਲ ਗਈ। ਸਜ਼ਾ ਦੀ ਗੱਲ ਤਾਂ ਕਿਤੇ ਦੂਰ ਰਹੀ, ਇਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਕਾਂਗਰਸ ਨੇ ਇਹ ਮਾਯੂਸ ਕਰਨ ਵਾਲਾ ਕਦਮ ਚੁੱਕਿਆ ਸੀ। ਹੱਦ ਤਾਂ ਹੋ ਗਈ ਜਦੋਂ ਚੋਣਾਂ ਤੋਂ ਐਨ ਪਹਿਲਾਂ CBI ਨੇ ਟਾਈਟਲਰ ਦੇ ਖਿਲਾਫ ਮਾਮਲੇ ਨੂੰ ਹੀ ਬੰਦ ਕਰਨ ਦੀ ਸਿਫਾਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਯਾਦ ਹੈ ਕਿ ਜਦੋਂ CBI ਦੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਡੇ ਬਿਊਰੋ ਰਿਪੋਰਟਰ ਨੇ ਕੀਤੀ, ਤਾਂ ਬਿਊਰੋ ਵਿੱਚ ਹੀ ਮੇਰੇ ਕਈ ਸੰਗੀ ਸਾਥੀਆਂ ਨੇ ਇਸ ਦੀ ਭਰਪੂਰ ਆਲੋਚਨਾ ਕੀਤੀ। ਉਹ ਇਸ ਨੂੰ ਸਰਕਾਰ ਦੀ ਬੇਸ਼ਰਮੀ ਦੀ ਹੱਦ ਕਰਾਰ ਦੇ ਰਹੇ ਸੀ। ਕਿਹਾ ਜਾ ਰਿਹਾ ਸੀ ਕਿ ਇੰਨਾ ਹਾਈ ਪ੍ਰੋਫਾਈਲ ਮਾਮਲਾ CBI ਕਦੇ ਇਸ ਤਰ੍ਹਾਂ ਬੰਦ ਨਹੀਂ ਕਰਦੀ ਹੈ। CBI ਇਹ ਕਹਿੰਦੇ ਹੋਏ ਮਾਮਲਾ ਬੰਦ ਕਰਨਾ ਚਾਹੁੰਦੀ ਸੀ ਕਿ ਉਸ ਨੂੰ ਗਵਾਹਾਂ ਤੇ ਭਰੋਸਾ ਨਹੀਂ ਹੈ। ਮੇਰਾ ਦਿਮਾਗ ਵੀ ਇਹ ਗੱਲ ਨਹੀਂ ਸਮਝ ਪਾ ਰਿਹਾ ਸੀ ਕਿ ਆਖਰ CBI ਕਦ ਤੋਂ ਅਦਾਲਤ ਹੋ ਗਈ। ਉਸ ਦਾ ਕੰਮ ਜਾਂਚ ਕਰਨਾ ਹੈ, ਨਾ ਕਿ ਇਹ ਦੱਸਣਾ ਕਿ ਇਹ ਗਵਾਹ ਭਰੋਸੇਯੋਗ ਹੈ ਜਾਂ ਨਹੀਂ। ਜੇਕਰ ਇਹ ਗਵਾਹ ਭਰੋਸੇਯੋਗ ਨਹੀਂ ਹੈ ਤਾਂ ਫਿਰ ਹੋਰ ਗਵਾਹ ਲੱਭਣ। ਕੀ ਉਸ ਨੂੰ ਨਹੀਂ ਪਤਾ ਕਿ ਤਾਕਤਵਰ ਰਾਜਨੀਤਿਕ ਲੋਕਾਂ ਦੇ ਖਿਲਾਫ ਗਵਾਹੀ ਦੇਣਾ ਇੱਕ ਬਹੁਤ ਜੋਖਮ ਵਾਲਾ ਕੰਮ ਹੈ। ਸੈਂਕੜੇ ਲੋਕ ਇਹਨਾਂ ਨੂੰ ਉੱਥੇ ਵੇਖਣ ਦੇ ਬਾਵਜੂਦ ਗਵਾਹੀ ਲਈ ਹਿੰਮਤ ਨਹੀਂ ਜੁਟਾ ਸਕੇ ਹਨ। ਜਿਨ੍ਹਾਂ ਹਿੰਮਤ ਵੀ ਕੀਤੀ ਤਾਂ ਉਸ ਨੂੰ ਐਵੇਂ ਹੀ ਖਾਰਜ ਕੀਤਾ ਜਾ ਰਿਹਾ। ਇਹ ਚੋਣਾਂ ਤੋਂ ਐਨ ਪਹਿਲਾਂ ਕਲੀਨ ਚਿੱਟ ਕਿਵੇਂ ਦਿੱਤੀ ਜਾ ਸਕਦੀ ਹੈ, ਖਾਸ ਕਰ ਜਦੋਂ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰ ਚੁੱਕਾ ਹੈ। CBI ਨੂੰ ਲੰਮੇ ਸਮੇਂ ਤੱਕ ਕਵਰ ਕਰਨ ਵਾਲੇ ਕਿਸੇ ਵੀ ਪੱਤਰਕਾਰ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ ਕਿ CBI ਖੁਦ ਅਜਿਹਾ ਕਰ ਸਕਦੀ ਹੈ। CBI ਰਾਜਨੀਤਿਕ ਮਾਮਲਿਆਂ ਦੀ ਕਿਸ ਤਰ੍ਹਾਂ ਨਾਲ ਵਰਤੋਂ ਕਰਦੀ ਹੈ, ਇਸ ਦੇ ਤਮਾਮ ਇਲਜ਼ਾਮ ਸਾਰੀਆਂ ਪਾਰਟੀਆਂ ਹੁਣ ਤੱਕ ਲਗਾ ਚੁੱਕੀਆਂ ਹਨ। ਮਨ ਨੂੰ ਚੋਟ ਲੱਗ ਰਹੀ ਸੀ। CBI ਦਾ ਮਾਮਲਾ ਬੰਦ ਕਰਨ ਦੇ ਬਾਅਦ ਨਿਆਂ ਦੀ ਅਖੀਰਲੀ ਕਿਰਨ ਵੀ ਬੁਝ ਰਹੀ ਸੀ। ਇਸੇ ਦੌਰਾਨ 2 ਅਪ੍ਰੈਲ ਨੂੰ ਕਿਸੇ ਰਿਪੋਰਟਰ ਨੇ ਗ੍ਰਹਿ ਮੰਤਰੀ P ਚਿਦੰਬਰਮ ਤੋਂ ਇਸ ਕਲੀਨ ਚਿੱਟ ਦੇ ਬਾਰੇ ਵਿੱਚ ਪੁੱਛ ਲਿਆ। ਅਜੇ ਇਹ ਕਲੀਨ ਚਿੱਟ ਅਦਾਲਤ ਵਿੱਚ ਬੰਦ ਲਿਫਾਫੇ ਵਿੱਚ ਸੌਂਪੀ ਗਈ ਸੀ, ਜਨਤਕ ਨਹੀਂ ਹੋਈ ਸੀ। ਪਰ P ਚਿਦੰਬਰਮ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਸਾਥੀ ਨੂੰ CBI ਨੇ ਮੁਕਤ ਕਰ ਦਿੱਤਾ ਹੈ। ਇਹ ਬਿਆਨ ਪ੍ਰੈਸ ਟਰਸਟ ਆਫ ਇੰਡੀਆ ਨੇ ਜਾਰੀ ਕੀਤਾ। ਚਿਦੰਬਰਮ ਦੀ ਇਹ ਟਿੱਪਣੀ ਪੂਰੀ ਤਰ੍ਹਾਂ ਸੰਵੇਦਨਹੀਣ ਸੀ ਤੇ ਸਿੱਖਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਦਿਵਾ ਰਹੀ ਸੀ। ਆਖਰ ਦੇਸ਼ ਦਾ ਗ੍ਰਹਿ ਮੰਤਰੀ ਇਸ ਟਿੱਪਣੀ ਤੋਂ ਕੀ ਸੰਦੇਸ਼ ਦੇ ਰਿਹਾ ਸੀ? ਇਹੀ ਚਿਦੰਬਰਮ ਨਰਿੰਦਰ ਮੋਦੀ ਨੂੰ ਤਾਂ ਹੱਥੋਂ ਹੱਥੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਿੱਖਾਂ ਦੇ ਪ੍ਰਤੀ ਇੰਨੀ ਸੰਵੇਦਨਹੀਣਤਾ ਕਿਉਂ? ਇਹ ਗੱਲ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਸੀ, ਜਿਸ ਤੇ ਪੂਰੇ ਦੇਸ਼ ਦੇ ਕਾਨੂੰਨ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੀ। ਸਿੱਖ ਕਤਲੇਆਮ ਵਿੱਚ ਜਿੱਥੇ 5000 ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੋ ਗਈਆਂ ਸੀ ਤੇ ਉਹਨਾਂ ਮਾਮਲਿਆਂ ਵਿੱਚ ਦੋਸ਼ੀਆਂ ਦੇ ਛੁੱਟਣ ਤੇ ਗ੍ਰਹਿ ਮੰਤਰੀ ਖੁਸ਼ੀ ਜਤਾ ਰਿਹਾ ਸੀ, ਉਹ ਵੀ ਇੱਕ ਐਸਾ ਵਿਅਕਤੀ ਜੋ ਸ਼ਾਂਤ ਤਰੀਕੇ ਨਾਲ ਬੋਲਦਿਆਂ ਹੋਇਆਂ ਵੀ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਯੋਗਤਾ ਰੱਖਦਾ ਸੀ ਤੇ ਲੰਮੇ ਸਮੇਂ ਤੱਕ ਸੰਸਦ ਕਵਰ ਕਰਨ ਕਰਕੇ ਮੈਂ ਉਸ ਦੀ ਸਮਝਦਾਰੀ ਦਾ ਕਾਇਲ ਸੀ। ਉਹਨਾਂ ਨੂੰ ਸ਼ਬਦਾਂ ਨੂੰ ਚੰਗੀ ਤਰ੍ਹਾਂ ਤੋਲ ਮੋਲ ਕੇ ਹੀ ਮੂੰਹ ਤੋਂ ਕੱਢਣ ਦੀ ਆਦਤ ਸੀ। ਫਿਰ ਐਸੇ ਵਿਅਕਤੀ ਨੇ ਪੀੜਤ ਲੋਕਾਂ ਦਾ ਮਜ਼ਾਕ ਕਿਉਂ ਉਡਾਇਆ? ਇਹ ਕਿਉਂ ਨਹੀਂ ਸੋਚਿਆ
ਕਿ 25 ਸਾਲਾਂ ਤੋਂ ਨਿਆਂ ਦੀ ਆਸ ਵਿੱਚ ਬੈਠੇ ਪੀੜਤਾਂ ਦੇ ਦਿਲ CBI ਦੇ ਇਸ ਕਦਮ ਤੋਂ ਬੇਹੱਦ ਆਹਤ ਹਨ। ਗ੍ਰਹਿ ਮੰਤਰੀ ਪੂਰੇ ਦੇਸ਼ ਦਾ ਹੁੰਦਾ ਹੈ, ਕਿਸੇ ਇੱਕ ਪਾਰਟੀ ਦਾ ਨਹੀਂ। ਉਹਨਾਂ ਦਾ ਜਨਤਕ ਤੌਰ ਤੇ ਆਪਣੇ ਸਾਥੀ ਦੇ ਛੁੱਟਣ ਤੇ ਖੁਸ਼ੀ ਜਤਾਉਣਾ ਜ਼ਖਮਾਂ ਤੇ ਲੂਣ ਛਿੜਕਣ ਵਰਗਾ ਹੀ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਦੁਨੀਆ ਦੀ ਕੋਈ ਵੀ ਅਦਾਲਤ ਭਲਾ ਇਹਨਾਂ ਦੋਸ਼ੀਆਂ ਨੂੰ ਛੱਡ ਦੇਵੇ, ਪਰ ਸਾਰੇ ਸਿੱਖਾਂ ਲਈ ਹੀ ਨਹੀਂ ਬਲਕਿ ਦੇਸ਼ ਦੇ ਇਨਸਾਫ ਪਸੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਉਹ ਹਮੇਸ਼ਾ ਦੋਸ਼ੀ ਹੀ ਰਹਿਣਗੇ। ਹੁਣ ਮੈਂ ਤੈਅ ਕਰ ਲਿਆ ਸੀ ਕਿ 1984 ਦੇ ਅਨਿਆਂ ਦਾ ਸਵਾਲ ਜ਼ਰੂਰ ਚੁੱਕਣਾ ਹੈ। ਮਨ ਆਹਤ ਹੋ ਰਿਹਾ ਸੀ। ਮੇਰੀ ਪ੍ਰਮੁੱਖ ਬੀਟ ਡਿਫੈਂਸ ਸੀ, ਪਰ ਫਰਵਰੀ 2009 ਵਿੱਚ ਪੂਰੇ ਬਿਊਰੋ ਨੂੰ ਸਿਰਫ ਰਾਜਨੀਤੀ ਤੇ ਲੋਕ ਸਭਾ ਚੋਣਾਂ ਤੇ ਧਿਆਨ ਕੇਂਦਰਿਤ ਕਰਨ ਲਈ ਕਹਿ ਦਿੱਤਾ ਗਿਆ ਸੀ। ਲੋਕ ਸਭਾ ਚੋਣਾਂ ਦੇ ਵਕਤ ਅਜਿਹਾ ਹੋਣਾ ਸੁਭਾਵਿਕ ਹੀ ਸੀ। ਮੈਂ ਫਰਵਰੀ ਤੋਂ ਸਿਰਫ ਰਾਜਨੀਤਿਕ ਸਮੀਕਰਨਾਂ ਤੇ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਖਬਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਵਿਸ਼ੇਸ਼ ਚੋਣ ਪੰਨੇ ਲਈ ਹਰ ਹਫ਼ਤੇ ਘੱਟ ਤੋਂ ਘੱਟ 3 ਖਾਸ ਚੋਣ ਖਬਰਾਂ ਦੇਣਾ ਜ਼ਰੂਰੀ ਹੋ ਚੁੱਕਾ ਸੀ। ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਵੀ ਮੇਰੇ ਕੋਲ ਸੀ। ਇਸ ਲਈ ਉਥੋਂ ਦੇ ਲਈ ਕਾਂਗਰਸ ਵਿੱਚ ਟਿਕਟ ਵੰਡਣ ਤੇ ਚੋਣ ਰਣਨੀਤੀ ਨੂੰ ਲੈ ਕੇ ਖਬਰਾਂ ਕਰਨਾ ਵੀ ਮੇਰੀ ਜ਼ਿੰਮੇਵਾਰੀ ਸੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਲੰਮੇ ਸਮੇਂ ਤੋਂ ਮੇਰੀ ਬੀਟ ਤੇ ਸੀ ਤੇ ਹੁਣ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਬੀਟ ਮਹੱਤਵਪੂਰਨ ਹੋ ਚੁੱਕੀ ਸੀ। ਆਦਰਸ਼ ਚੋਣ ਆਚਾਰ ਸੰਹਿਤਾ ਉਲੰਘਣ ਦੇ ਮਾਮਲੇ ਪ੍ਰਮੁਖਤਾ ਨਾਲ ਛਪ ਰਹੇ ਸੀ। ਇਸੇ ਦੌਰਾਨ ਗ੍ਰਹਿ ਮੰਤਰੀ ਦੇ ਖਿਲਾਫ ਵੀ ਰਾਜਸਥਾਨ ਭਾਜਪਾ ਨੇ ਸਰਕਾਰੀ ਦੌਰਿਆਂ ਦਾ ਚੋਣ ਦੌਰਿਆਂ ਦੇ ਤੌਰ ਤੇ ਵਰਤੋਂ ਕਰਨ ਦੀ ਸ਼ਿਕਾਇਤ ਕਰ ਦਿੱਤੀ। ਚੋਣ ਕਮਿਸ਼ਨ ਨੇ ਚਿਦੰਬਰਮ ਦੇ ਕ੍ਰਿਤ ਨੂੰ ਪਹਿਲੀ ਨਜ਼ਰ ਵਿੱਚ ਆਦਰਸ਼ ਚੋਣ ਆਚਾਰ ਸੰਹਿਤਾ ਦਾ ਉਲੰਘਣ ਦੱਸਦਿਆਂ ਹੋਇਆਂ ਨੋਟਿਸ ਭੇਜ ਦਿੱਤਾ। ਚਿਦੰਬਰਮ ਨੂੰ 6 ਅਪ੍ਰੈਲ ਤੱਕ ਜਵਾਬ ਦੇਣ ਨੂੰ ਕਿਹਾ ਗਿਆ ਸੀ। ਇਸ ਤਰ੍ਹਾਂ ਦੀਆਂ ਖਬਰਾਂ ਪ੍ਰਮੁਖਤਾ ਨਾਲ ਛਪ ਰਹੀਆਂ ਸੀ। ਚਿਦੰਬਰਮ 6 ਅਪ੍ਰੈਲ ਨੂੰ ਹੀ ਦਿੱਲੀ ਆ ਰਹੇ ਸੀ ਤੇ ਉਸੇ ਦਿਨ ਜਵਾਬ ਵੀ ਦੇਣਾ ਸੀ। ਪਤਾ ਲੱਗਾ ਕਿ ਉਸੇ ਦਿਨ ਉਹਨਾਂ ਨੇ 12 ਵਜੇ ਕਾਂਗਰਸ ਮੁੱਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਵੀ ਰੱਖੀ ਹੈ। ਤਦੇ ਪਤਾ ਲੱਗਾ ਕਿ ਚਿਦੰਬਰਮ 6 ਅਪ੍ਰੈਲ ਨੂੰ ਨਹੀਂ ਪਹੁੰਚ ਪਾ ਰਹੇ ਤੇ ਚੋਣ ਕਮਿਸ਼ਨ ਤੋਂ ਵੀ ਜਵਾਬ ਦੇਣ ਲਈ 1 ਦਿਨ ਦੀ ਮੋਹਲਤ ਮੰਗੀ ਹੈ। ਹੁਣ 7 ਅਪ੍ਰੈਲ ਨੂੰ ਹੀ ਪ੍ਰੈਸ ਕਾਨਫਰੰਸ ਵੀ ਹੋਵੇਗੀ। ਇਸ ਦਿਨ ਮੇਰਾ ਕੋਈ ਹੋਰ ਅਸਾਈਨਮੈਂਟ ਵੀ ਨਹੀਂ ਸੀ। 1984 ਦੇ ਮਾਮਲੇ ਵਿੱਚ ਮੈਂ ਚਿਦੰਬਰਮ ਤੋਂ ਸਵਾਲ ਪੁੱਛਣਾ ਚਾਹੁੰਦਾ ਸੀ। ਮੈਨੂੰ ਲੱਗਾ ਕਿ ਹੁਣ ਜਵਾਬ ਮੰਗਣ ਦਾ ਸਮਾਂ ਆ ਗਿਆ ਹੈ। ਮੈਂ 2 ਅਪ੍ਰੈਲ ਦੀ ਉਹਨਾਂ ਦੀ ਟਿੱਪਣੀ ਤੋਂ ਬੇਹੱਦ ਦੁਖੀ ਸੀ ਤੇ ਉਹਨਾਂ ਤੋਂ ਕੁਝ ਤਿੱਖੇ ਸਵਾਲ ਕਰਨ ਦਾ ਮਨ ਬਣਾ ਕੇ ਆਇਆ ਸੀ। ਮੈਂ ਮਿਥ ਲਿਆ ਸੀ ਕਿ ਅੱਜ 1984 ਦੇ ਅਨਿਆਂ ਦੀ ਗੱਲ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਾ ਹੈ। ਮੈਨੂੰ ਯਾਦ ਹੈ ਕਿ ਮੈਂ ਸਵਾਲ ਕਰਨ ਨੂੰ ਲੈ ਕੇ ਕਾਫੀ ਬੇਸਬਰਾ ਸੀ ਤੇ ਸ਼ੁਰੂ ਤੋਂ ਹੀ ਹੱਥ ਉਠਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਅੱਤਵਾਦ ਦੇ ਮੁੱਦੇ ਤੇ ਅੱਜ ਅਡਵਾਨੀ ਉੱਤੇ ਹਮਲਾ ਬੋਲਣ ਦੀ ਨੀਅਤ ਨਾਲ ਆਏ ਸੀ। ਮੇਰੀ ਵਾਰੀ ਤਕਰੀਬਨ 8-10 ਸਵਾਲਾਂ ਦੇ ਬਾਅਦ ਆਈ। ਮੈਂ ਕਾਫੀ ਦੇਰ ਤੋਂ ਇਸ ਘੜੀ ਦਾ ਇੰਤਜ਼ਾਰ ਕਰ ਰਿਹਾ ਸੀ। ਸਵਾਲ ਮੇਰੇ ਦਿਲ ਦੇ ਬਹੁਤ ਨਜ਼ਦੀਕ ਸੀ ਤੇ ਦੇਰ ਹੁੰਦੇ ਜਾਣ ਨਾਲ ਦਿਲ ਤੇ ਦਬਾਅ ਜ਼ਿਆਦਾ ਵੱਧ ਗਿਆ ਸੀ। ਖੈਰ, ਹੁਣ ਚਿਦੰਬਰਮ ਨੇ ਮੈਨੂੰ ਵੀ ਸਵਾਲ ਪੁੱਛਣ ਲਈ ਕਿਹਾ। ਮੈਂ ਪਹਿਲਾਂ ਉਹਨਾਂ ਦੀ ਇਸ ਗੱਲ ਤੇ ਤਾਰੀਫ ਕੀਤੀ ਕਿ ਮੁੰਬਈ ਬੰਬ ਧਮਾਕਿਆਂ ਦੇ ਬਾਅਦ NI ਦੇ ਗਠਨ ਤੋਂ ਲੈ ਕੇ तमाम ਉਸਾਰੂ ਕਦਮ ਚੁੱਕ ਕੇ ਉਹਨਾਂ ਨੇ ਚੰਗਾ ਕੰਮ ਕੀਤਾ ਹੈ। ਪਰ ਮੇਰਾ ਸਵਾਲ ਵੱਖਰਾ ਸੀ ਤੇ ਮੇਰੇ ਦਿਲ ਦੇ ਇੰਨੇ ਨੇੜੇ ਸੀ ਕਿ ਭਾਵੁਕਤਾ ਮੇਰੇ ਤੇ ਹਾਵੀ ਹੋਣ ਲੱਗ ਪਈ। ਲੰਮੇ ਸਮੇਂ ਦੀ ਪੀੜਾ ਅੱਜ ਇਕੱਠੀ ਹੋ ਗਈ ਸੀ। ਚਿਦੰਬਰਮ ਦਾ ਜਵਾਬ ਤਕਨੀਕੀ ਸੀ ਕਿ ਮਾਮਲਾ ਅਦਾਲਤ ਦੇ ਸਾਹਮਣੇ ਹੈ ਤੇ ਉਸੇ ਨੇ ਫੈਸਲਾ ਕਰਨਾ ਹੈ। ਪਰ ਸੰਵੇਦਨਸ਼ੀਲ ਮਾਮਲਿਆਂ ਵਿੱਚ ਕਦੇ-ਕਦੇ ਸਿਰਫ ਤਕਨੀਕੀ ਜਵਾਬਾਂ ਨਾਲ ਕੰਮ ਨਹੀਂ ਚੱਲਦਾ। ਇਹੀ ਚਿਦੰਬਰਮ ਪਹਿਲਾਂ ਟਾਈਟਲਰ ਦੀ ਕਲੀਨ ਚਿੱਟ ਤੇ ਖੁਸ਼ੀ ਜਤਾ ਚੁੱਕੇ ਸੀ। ਉਹ ਮਾਮਲਾ ਅਦਾਲਤ ਦੇ ਸਾਹਮਣੇ ਹੋਣ ਦੀ ਗੱਲ ਕਹਿ ਕੇ ਟਾਲ ਰਹੇ ਸੀ, ਪਰ ਮੈਂ ਇਸ ਤੋਂ ਕੁਝ ਵੱਧ ਸੁਣਨਾ ਚਾਹੁੰਦਾ ਸੀ। ਉਹਨਾਂ ਦਾ ਧਿਆਨ ਅੱਜ ਅੱਤਵਾਦ ਨਾਲ ਨਿਬੜਨ ਲਈ ਕਾਂਗਰਸ ਦੇ ਚੋਣ ਘੋਸ਼ਣਾ ਪੱਤਰ ਤੇ ਕੇਂਦਰਿਤ ਸੀ, ਜਿਸ ਵਿੱਚ ਉਹਨਾਂ ਨੇ ਭਾਜਪਾ ਦੇ ਖਾਸ ਤੌਰ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਨਿਸ਼ਾਨਾ ਬਣਾਇਆ ਸੀ। ਮੈਂ ਪੁੱਛ ਲਿਆ ਕਿ ਕੀ ਟਾਈਟਲਰ ਦਾ ਮਾਮਲਾ ਕਿਸੇ ਸਾਜ਼ਿਸ਼ ਤਹਿਤ ਵਾਪਸ ਨਹੀਂ ਹੋ ਰਿਹਾ। ਜਦੋਂ ਪੀੜਤਾਂ ਦੇ ਦਿਲ
ਲੰਮੇ ਅਰਸੇ ਤੋਂ ਲਹੂ ਬਹਾ ਰਹੇ ਹੋਣ ਤਾਂ ਕੋਈ ਖੁਸ਼ ਕਿਵੇਂ ਹੋ ਸਕਦਾ ਹੈ? ਕੀ ਸਿੱਖਾਂ ਦੇ ਨਾਲ ਨਿਆਂ ਨਹੀਂ ਹੋਵੇਗਾ? ਉਹਨਾਂ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਕਿਹਾ ਕਿ ਮੇਰੇ ਸਵਾਲ ਪ੍ਰੈਸ ਕਾਨਫਰੰਸ ਨੂੰ ਵਿਸ਼ੇ ਤੋਂ ਦੂਰ ਕਰ ਰਹੇ ਨੇ। ਉਹਨਾਂ ਨੇ ਕੁਝ ਐਸੇ ਲਫ਼ਜ਼ ਕਹੇ ਜਿਵੇਂ ਕਿ ਮੈਂ ਇਸ ਪ੍ਰੈਸ ਕਾਨਫਰੰਸ ਦੀ ਵਰਤੋਂ ਕਰ ਰਿਹਾ ਹਾਂ। ਮੈਨੂੰ ਲੱਗਾ ਕਿ ਇਨਸਾਫ ਦੇ ਬਜਾਏ ਸਿੱਖਾਂ ਦੀ ਫਿਰ ਬੇਇੱਜ਼ਤੀ ਕੀਤੀ ਜਾ ਰਹੀ ਹੈ। ਹੁਣ ਵਿਰੋਧ ਜਤਾਉਣ ਦਾ ਸਮਾਂ ਆ ਚੁੱਕਾ ਸੀ। ਸੰਵੇਦਨਾ ਦੀ ਬਜਾਏ ਮੈਂ ਸਿੱਖਾਂ ਦੇ ਦਰਦ ਨੂੰ ਅਪਮਾਨਿਤ ਹੁੰਦਾ ਮਹਿਸੂਸ ਕੀਤਾ ਤੇ ਇੱਕ ਅਜਿਹਾ ਕਦਮ ਚੁੱਕਿਆ ਜਿਸ ਨਾਲ ਸਾਰੇ ਪੱਤਰਕਾਰ ਸੁੰਨ ਰਹਿ ਗਏ। ਮੇਰੇ ਮਨ ਵਿੱਚ ਚਿਦੰਬਰਮ ਨੂੰ ਚੋਟ ਪਹੁੰਚਾਉਣ ਦਾ ਕੋਈ ਖਿਆਲ ਨਹੀਂ ਸੀ। ਸ਼ਾਇਦ ਇਸ ਲਈ ਬੇਹੱਦ ਭਾਵੁਕਤਾ ਦੇ ਬਾਵਜੂਦ ਜੁੱਤਾ ਉਸ ਪਾਸੇ ਗਿਆ ਜਿੱਥੇ ਕੋਈ ਨਹੀਂ ਬੈਠਾ ਸੀ। ਇਹ ਗੱਲ ਵੱਖਰੀ ਹੈ ਕਿ ਇੱਕ ਕੈਮਰੇ ਨੇ ਉਸ ਦਾ ਐਂਗਲ ਇਸ ਤਰ੍ਹਾਂ ਦਾ ਵਿਖਾਇਆ ਕਿ ਜਿਵੇਂ ਉਹ ਮੂੰਹ ਤੇ ਗਿਆ, ਜਦ ਕਿ ਘੱਟ ਤੋਂ ਘੱਟ 2-2.5 ਮੀਟਰ ਦੂਰ ਜਾ ਡਿੱਗਾ ਸੀ। ਇਸ ਘਟਨਾ ਦੇ ਬਾਅਦ ਮੈਂ ਮੁੜ ਆਪਣੀ ਸੀਟ ਤੇ ਬਹਿ ਗਿਆ। ਬਾਅਦ ਵਿੱਚ ਜਦੋਂ ਮੇਰੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਵਿਰੋਧ ਦਾ ਤਰੀਕਾ ਭਾਵੇਂ ਠੀਕ ਨਾ ਹੋਵੇ, ਪਰ ਮੁੱਦਾ ਬਿਲਕੁਲ ਠੀਕ ਹੈ। 25 ਸਾਲਾਂ ਤੱਕ ਪਹਿਲੇ ਪੁਲਿਸ ਨੇ ਆਪਣੀ ਮਰਿਆਦਾ ਦੀ ਉਲੰਘਣਾ ਕੀਤੀ, ਲੋਕਾਂ ਨੂੰ ਬਚਾਉਣ ਦੀ ਬਜਾਏ ਖੁਦ ਮਾਰਿਆ ਤੇ ਫਿਰ ਕੇਸ ਵੀ ਦਰਜ ਨਹੀਂ ਕੀਤੇ। ਸੱਤਾ ਵਿੱਚ ਬੈਠੇ ਲੋਕਾਂ ਨੇ ਨਿਆਂ ਕਰਨ ਦੀ ਬਜਾਏ ਦੋਖੀਆਂ ਨੂੰ ਖੁਦ ਮੰਤਰੀ ਬਣਾ ਕੇ ਨਿਵਾਜਿਆ। ਪ੍ਰਸ਼ਾਸਨ ਕਤਲੇਆਮ ਦਾ ਤੰਤਰ ਬਣ ਗਿਆ ਤੇ ਨਿਆਇਕ ਵਿਵਸਥਾ ਆਪਣੇ ਆਪ ਨੂੰ ਅਪੰਗ ਹੁੰਦਿਆਂ ਵੇਖਦੀ ਰਹੀ। ਇਸ ਦੇ ਸਾਹਮਣੇ ਨਿਆਂ ਦੇ ਨਾਮ ਤੇ ਫਰੇਬ ਕੀਤਾ ਜਾ ਰਿਹਾ ਸੀ, ਪਰ ਉਹ ਆਪਣੇ ਵਿਵੇਕ ਦੀ ਵਰਤੋਂ ਨਾ ਕਰ ਸਕੀ। ਸਾਰਿਆਂ ਨੇ 25 ਸਾਲਾਂ ਤੱਕ ਆਪਣੀ ਮਰਜ਼ਾਦਾ ਦੀ ਉਲੰਘਣਾ ਕੀਤੀ। ਇਹਨਾਂ ਨੂੰ ਆਪਣੀ ਮਰਜ਼ਾਦਾ ਚੇਤੇ ਕਰਾਉਣ ਲਈ ਇੱਕ ਪੱਤਰਕਾਰ ਨੇ ਆਪਣੀ ਮਰਜ਼ਾਦਾ ਦੀ ਉਲੰਘਣਾ ਕੀਤੀ ਹੈ, ਜੋ ਕਿ ਪੂਰੇ ਸਿਸਟਮ ਨੂੰ ਉਸ ਦੀ ਸੰਵੇਦਨਹੀਣਤਾ ਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਸੀ। ਸਾਰੇ ਪੱਤਰਕਾਰ ਹੈਰਾਨ ਪਰੇਸ਼ਾਨ ਸੀ। ਆਖਰ ਸ਼ਾਂਤ ਰਹਿਣ ਵਾਲੇ ਜਰਨੈਲ ਸਿੰਘ ਨੇ ਇਹ ਕੀ ਕੀਤਾ? ਇਸ ਘਟਨਾ ਦੇ ਬਾਵਜੂਦ ਮੈਂ ਸੰਜਮ ਵਿੱਚ ਸੀ ਤੇ ਕੋਈ ਘਬਰਾਹਟ ਨਹੀਂ ਸੀ। ਸੁਰੱਖਿਆ ਕਰਮੀ ਫੌਰਨ ਮੈਨੂੰ ਉੱਥੋਂ ਲੈ ਗਏ। ਅਜੇ ਕਾਂਗਰਸ ਮੁੱਖ ਦਫ਼ਤਰ ਤੋਂ ਬਾਹਰ ਲਿਜਾ ਹੀ ਰਹੇ ਸੀ ਕਿ ਟੀਵੀ ਵਾਲਿਆਂ ਨੇ ਘੇਰ ਲਿਆ। ਮੈਂ ਤੁਰੰਤ ਕਹਿ ਦਿੱਤਾ ਕਿ ਵਿਰੋਧ ਦਾ ਤਰੀਕਾ ਭਾਵੇਂ ਸਹੀ ਨਾ ਲੱਗੇ, ਪਰ ਮੁੱਦਾ ਬਿਲਕੁਲ ਠੀਕ ਹੈ। ਆਖਰ ਸਿੱਖਾਂ ਨੂੰ ਨਿਆਂ ਦੇ ਲਈ ਕਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ? ਮੈਂ ਪੱਤਰਕਾਰ ਦੇ ਤੌਰ ਤੇ ਮਰਜ਼ਾਦਾ ਉਲੰਘਣ ਦੀ ਗੱਲ ਫੌਰਨ ਮੰਨ ਲਈ। ਇਹ ਮੀਡੀਆ ਨੂੰ ਨਾਲ ਲੈਣ ਲਈ ਕਰਨਾ ਜ਼ਰੂਰੀ ਸੀ। ਮੈਂ ਚਾਹੁੰਦਾ ਸੀ ਕਿ ਮਾਮਲਾ ਜੁੱਤੀ ਵਿੱਚ ਫਸਣ ਦੀ ਬਜਾਏ 1984 ਦੇ ਕਤਲੇਆਮ ਤੇ ਕੇਂਦਰਿਤ ਹੋਵੇ। ਪਰ ਇਹ ਵੀ ਸੱਚ ਹੈ ਕਿ ਕੁਝ ਲੋਕ 25 ਸਾਲਾਂ ਤੋਂ ਆਪਣੀ ਗਲਤੀ ਸਵੀਕਾਰ ਨਹੀਂ ਕਰ ਰਹੇ ਸੀ। ਮੈਂ ਜੋ ਮੁੱਦਾ ਚੁੱਕਿਆ ਸੀ ਉਸ ਨੂੰ ਲੈ ਕੇ ਮਨ ਵਿੱਚ ਕੋਈ ਅਫਸੋਸ ਨਹੀਂ ਸੀ ਅਤੇ ਨਾ ਹੀ ਕਦੇ ਇਸ ਲਈ ਮੁਆਫੀ ਮੰਗੀ, ਬਲਕਿ ਨਾ ਇਨਸਾਫੀ ਦੇ ਖਿਲਾਫ ਖੜਾ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਸੀ। ਜੇਕਰ ਐਵੇਂ ਨਾ ਕਰਦਾ ਤਾਂ ਜ਼ਿੰਦਗੀ ਭਰ ਆਪਣੇ ਅੰਦਰ ਝੂਰਦਾ ਰਹਿੰਦਾ। ਇਸ ਘਟਨਾ ਦੇ ਬਾਵਜੂਦ ਮੈਂ ਸੰਜਮ ਵਿੱਚ ਸੀ। ਮੈਨੂੰ ਆਪਣੇ ਕੀਤੇ ਉੱਤੇ ਦਾ ਇੱਕ ਸਿੱਖ ਹੋਣ ਦੇ ਨਾਤੇ ਬਿਲਕੁਲ ਅਫਸੋਸ ਨਹੀਂ ਸੀ। ਬਾਅਦ ਵਿੱਚ ਜਦੋਂ ਇਹ ਗੱਲ ਮੇਰੇ ਤੋਂ ਪੁੱਛੀ ਗਈ ਤਾਂ ਮੈਂ ਘਟਨਾ ਬਾਰੇ ਕਿਹਾ ਕਿ ਇੱਕ ਪੱਤਰਕਾਰ ਦੇ ਤੌਰ ਤੇ ਵਿਰੋਧ ਦਾ ਤਰੀਕਾ ਹੋ ਸਕਦਾ ਹੈ ਕਿ ਠੀਕ ਨਾ ਹੋਵੇ, ਪਰ ਮੁੱਦਾ ਬਿਲਕੁਲ ਠੀਕ ਹੈ। ਜੋ ਕੰਮ ਕਲਮ ਦੇ ਜ਼ਰੀਏ ਹੋਣਾ ਚਾਹੀਦਾ ਸੀ ਉਸ ਨੂੰ ਜੁੱਤੇ ਨਾਲ ਕਰਨਾ ਪਿਆ। ਪਰ ਜਦੋਂ ਕਲਮ ਵੀ ਬੇਅਸਰ ਹੋ ਜਾਏ ਤੇ ਸੱਤਾ ਵਿੱਚ ਬੈਠੇ ਲੋਕਾਂ ਦੇ ਦਿਮਾਗ ਦੀ ਚਰਬੀ ਇੰਨੀ ਜ਼ਿਆਦਾ ਮੋਟੀ ਹੋ ਚੁੱਕੀ ਹੋਵੇ ਕਿ ਉਹਨਾਂ ਨੂੰ ਕੁਝ ਵੀ ਲਿਖੇ ਜਾਣ ਨਾਲ ਫਰਕ ਨਾ ਪੈਂਦਾ ਹੋਵੇ, ਤਾਂ ਫਿਰ ਸ਼ਾਇਦ ਉਹਨਾਂ ਨੂੰ ਚੇਤਾ ਕਰਾਉਣ ਲਈ ਹੋਰ ਕੋਈ ਅਹਿੰਸਕ ਤਰੀਕਾ ਬਚਿਆ ਵੀ ਨਹੀਂ ਸੀ। 25 ਸਾਲਾਂ ਤੱਕ ਨਿਆਂ ਦੀ ਰਾਹ ਵੇਖਣ ਦੇ ਬਾਅਦ ਵੀ ਜਦੋਂ ਸਿਸਟਮ ਨਿਆਂ ਨਹੀਂ ਦੇ ਸਕਿਆ ਤਾਂ ਉਸ ਦੇ ਵਿਰੋਧ ਵਿੱਚ ਇਹ ਆਵਾਜ਼ ਜਾਇਜ਼ ਸੀ। ਇਹ ਇੱਕ ਬੇਮਿਸਾਲ ਅਨਿਆਂ ਦੇ ਖਿਲਾਫ ਬੇਮਿਸਾਲ ਪ੍ਰੋਟੈਸਟ ਸੀ, ਨਾ ਕਿ ਚਿਦੰਬਰਮ ਦੇ ਖਿਲਾਫ। ਮੈਨੂੰ ਫਿਰ ਤੁਗਲਕ ਰੋਡ ਥਾਣੇ ਲਿਜਾਇਆ ਗਿਆ। ਉੱਥੇ ਪਹੁੰਚਦੇ ਹੀ ਪੁੱਛਗਿੱਛ ਸ਼ੁਰੂ ਹੋ ਗਈ। ਆਈਬੀ ਤੋਂ ਲੈ ਕੇ तमाम ਏਜੰਸੀਆਂ ਦੇ ਲੋਕ ਮੇਰੇ ਤੋਂ ਪੁੱਛਗਿੱਛ ਕਰਨ ਲਈ ਪਹੁੰਚ ਗਏ ਤੇ ਤਕਰੀਬਨ ਅੱਧੇ ਘੰਟੇ ਤੱਕ ਇਹ ਸਭ ਚੱਲਦਾ ਰਿਹਾ। ਉਹਨਾਂ ਨੇ ਮੇਰੇ ਤੋਂ ਮੇਰੇ ਫੋਨ ਨੰਬਰ ਪੁੱਛੇ ਤੇ ਫੌਰਨ ਉਹਨਾਂ ਨੂੰ ਲਾਕ ਕਰਵਾ ਦਿੱਤਾ। ਇਹ ਗੱਲ ਮੈਨੂੰ ਘਰ ਵਾਲਿਆਂ ਨੇ ਬਾਅਦ ਵਿੱਚ ਦੱਸੀ। ਸ਼ਾਇਦ ਹੁਣੇ ਵੀ ਮੇਰੇ ਫੋਨ ਟੈਪ ਕੀਤੇ ਜਾਂਦੇ ਹੋਣ
ਜਾਂ ਫਿਰ ਆਈਬੀ ਮੇਰੇ ਪਿੱਛੇ ਲੱਗੀ ਹੋਵੇ। ਮੇਰੇ ਪੂਰੇ ਪਰਿਵਾਰ ਬਾਰੇ ਮੇਰੇ ਤੋਂ तमाम ਗੱਲਾਂ ਪੁੱਛੀਆਂ ਗਈਆਂ, ਜਿਨ੍ਹਾਂ ਦਾ ਮੈਂ ਆਪਣੀ ਸਮਝ ਮੁਤਾਬਕ ਸਹੀ ਜਵਾਬ ਦੇ ਦਿੱਤਾ। ਇਸੇ ਦੌਰਾਨ ਮੇਰਾ ਪੱਤਰਕਾਰਤਾ ਦਾ PIB ਕਾਰਡ ਵੀ ਜ਼ਬਤ ਕਰ ਲਿਆ ਗਿਆ। ਗ੍ਰਹਿ ਮੰਤਰਾਲੇ ਤੇ ਕਾਂਗਰਸ ਕਵਰ ਕਰਨ ਵਾਲੇ ਪੱਤਰਕਾਰ ਅਜੇ ਵੀ ਕਹਿੰਦੇ ਹਨ ਕਿ IB ਮੇਰੇ ਤੇ ਨਜ਼ਰ ਰੱਖ ਰਹੀ ਹੈ। ਮੈਂ ਇਸ ਦੀ ਪਰਵਾਹ ਨਹੀਂ ਕਰਦਾ। ਅਜੇ ਪੁੱਛਗਿੱਛ ਚੱਲ ਹੀ ਰਹੀ ਸੀ ਕਿ ਥਾਣੇ ਵਿੱਚ ਇਹ ਨਿਰਦੇਸ਼ ਆ ਗਿਆ ਕਿ ਮੇਰੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕਰਨਾ। ਹਾਲਾਂਕਿ ਇਸ ਬਾਰੇ ਮੈਨੂੰ ਕੁਝ ਨਹੀਂ ਦੱਸਿਆ ਗਿਆ। ਤਦੇ ਮੇਰੇ ਨਾਲ ਅਖਬਾਰ ਵਿੱਚ ਕੰਮ ਕਰਨ ਵਾਲਾ ਸਾਥੀ ਸੰਜੇ ਮਿਸ਼ਰਾ ਅੰਦਰ ਆਇਆ ਤੇ ਪੁਲਿਸ ਨੇ ਵੀ ਕਿਹਾ ਕਿ ਹੁਣ ਮੈਨੂੰ ਇੱਥੋਂ ਕਿਧਰੇ ਹੋਰ ਜਾਣਾ ਹੈ। ਮੈਂ ਚੱਲ ਪਿਆ। ਬਾਹਰ ਲਿਆਇਆ ਗਿਆ ਤਾਂ ਮੀਡੀਆ ਦੀ ਭੀੜ ਜਮ੍ਹਾਂ ਹੋ ਚੁੱਕੀ ਸੀ। ਇੱਥੇ ਵੀ ਮੈਂ ਸਿੱਖਾਂ ਦੀ ਦੇਸ਼ ਪ੍ਰਤੀ ਕੁਰਬਾਨੀ ਬਾਰੇ ਦੱਸਦਿਆਂ ਨਾਲ ਇਹ ਵੀ ਕਿਹਾ ਕਿ ਮੁੱਦਾ ਠੀਕ ਹੈ, ਨਿਆਂ ਕਰਨਾ ਹੀ ਪਵੇਗਾ। ਮੈਨੂੰ ਕੁਝ ਵੀ ਬੋਲਣ ਤੋਂ ਮਨ੍ਹਾ ਕੀਤਾ ਜਾ ਰਿਹਾ ਸੀ। ਸੰਜੇ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਕੁਝ ਬੋਲਾਂ, ਪਰ ਘੱਟ ਤੋਂ ਘੱਟ ਸਥਿਤੀ ਤਾਂ ਸਾਫ਼ ਹੋਣੀ ਚਾਹੀਦੀ ਹੈ। ਇਸ ਲਈ ਮੈਂ 1-2 ਵਾਕ ਜ਼ਰੂਰ ਬੋਲੇ। ਮੈਨੂੰ ਸੰਜੇ ਨੇ ਦੱਸਿਆ ਕਿ ਮੇਰੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੋ ਰਿਹਾ ਹੈ ਤੇ ਖੁਦ ਚਿਦੰਬਰਮ ਨੇ ਅਜਿਹਾ ਕਿਹਾ ਹੈ। ਮੇਰੇ ਅੰਦਰ ਦੇ ਪੱਤਰਕਾਰ ਨੇ ਕਾਂਗਰਸ ਤੇ ਸਰਕਾਰ ਦੇ ਇਸ ਫੈਸਲੇ ਦਾ ਵਿਸ਼ਲੇਸ਼ਣ ਕੀਤਾ ਤਾਂ ਪਾਇਆ ਕਿ ਉਹਨਾਂ ਨੇ ਮੌਕੇ ਦੀ ਨਜ਼ਾਕਤ ਤੇ ਮੁੱਦੇ ਦੀ ਭਾਵਤਾ ਨੂੰ ਵੇਖਦਿਆਂ ਸਹੀ ਫੈਸਲਾ ਕੀਤਾ ਸੀ। ਟਾਈਟਲਰ ਨੂੰ ਕਲੀਨ ਚਿੱਟ ਤੇ ਪਹਿਲਾਂ ਖੁਸ਼ੀ ਜਤਾਉਣ ਵਾਲੇ ਚਿਦੰਬਰਮ ਨੇ ਅਗਲੇ ਦਿਨ ਕਿਹਾ ਕਿ ਸਿੱਖਾਂ ਦੀ ਪੀੜਾ ਨੂੰ ਉਹ ਸਮਝਦੇ ਨੇ। ਦੰਗਿਆਂ ਵਿੱਚ ਜ਼ਿਆਦਾ ਲੋਕਾਂ ਨੂੰ ਸਜ਼ਾ ਨਹੀਂ ਮਿਲੀ। ਇਹ ਗੱਲ ਜੁੱਤਾ ਸੁੱਟਣ ਦੇ ਬਾਅਦ ਹੀ ਚੇਤੇ ਆਈ। ਪੁਲਿਸ ਵਾਲੇ ਮੇਰੇ ਮੂੰਹ ਤੇ ਹੱਥ ਰੱਖ ਕੇ ਚੁੱਪ ਕਰਾਉਣਾ ਚਾਹੁੰਦੇ ਸੀ। ਸੰਜੇ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਕੁਝ ਬੋਲਾਂ। ਕੁਝ ਦੇਰ ਤੱਕ ਪੁਲਿਸ ਦੀ ਗੱਡੀ ਵਿੱਚ ਗਏ ਹੀ ਸੀ ਕਿ ਮੈਨੂੰ ਵਾਪਸ ਥਾਣੇ ਲਿਆਇਆ ਗਿਆ ਤੇ ਫਿਰ ਸੰਜੇ ਦੀ ਗੱਡੀ ਵਿੱਚ ਬਿਠਾ ਦਿੱਤਾ ਗਿਆ। ਵੈਸੇ ਸੰਜੇ ਨੂੰ ਮੈਨੂੰ ਮੀਡੀਆ ਤੋਂ ਦੂਰ ਰੱਖਣ ਦੀ ਸਲਾਹ ਕਾਂਗਰਸੀ ਆਗੂਆਂ ਤੇ ਅਖਬਾਰ ਦੇ ਪ੍ਰਮੁੱਖ ਲੋਕਾਂ ਤੋਂ ਮਿਲੀ ਸੀ। ਕਾਂਗਰਸ ਨਹੀਂ ਚਾਹ ਰਹੀ ਸੀ ਕਿ ਮੈਂ ਜ਼ਿਆਦਾ ਬੋਲਾਂ। ਉਹਨਾਂ ਨੂੰ ਰਾਜਨੀਤਿਕ ਨੁਕਸਾਨ ਦੀ ਚਿੰਤਾ ਸਤਾ ਰਹੀ ਸੀ, ਪਰ ਮੈਨੂੰ ਕਾਰਵਾਈ ਦੀ ਪਰਵਾਹ ਨਹੀਂ ਸੀ ਤੇ 1984 ਦਾ ਮੁੱਦਾ ਹਾਈਲਾਈਟ ਕਰਨ ਦਾ ਮੌਕਾ ਨਹੀਂ ਛੱਡ ਸਕਦਾ ਸੀ। ਮੈਨੂੰ ਲੱਗ ਰਿਹਾ ਸੀ ਕਿ ਮੀਡੀਆ ਦੇ ਸਾਹਮਣੇ ਗੱਲ ਸਪਸ਼ਟ ਕਰਨੀ ਚਾਹੀਦੀ ਹੈ। ਇਸੇ ਲਈ ਮੈਂ ਉਸ ਨੂੰ ਘਰ ਵਿੱਚ TV ਲਾਉਣ ਲਈ ਕਿਹਾ। ਮੈਨੂੰ ਲੱਗ ਰਿਹਾ ਸੀ ਕਿ TV ਵਾਲੇ 1984 ਦੇ ਮੁੱਦੇ ਨੂੰ ਚੁੱਕਣ ਦੀ ਬਜਾਏ ਜੁੱਤੀ ਸੁੱਟਣ ਨੂੰ ਇੰਨੀ ਤਰਜੀਹ ਕਿਉਂ ਦੇ ਰਹੇ। ਖੈਰ, ਜੋ ਵੀ ਹੋਏ, ਜੁੱਤੀ ਨੇ ਹੀ ਸਹੀ 25 ਸਾਲਾਂ ਬਾਅਦ ਮੀਡੀਆ ਦਾ ਧਿਆਨ ਇਸ ਅਨਿਆਂ ਵੱਲ ਤਾਂ ਖਿੱਚਿਆ। ਮੈਨੂੰ ਲੱਗਿਆ ਕਿ ਇਹੀ ਮੌਕਾ ਹੈ ਜਦੋਂ 1984 ਦੇ ਮੁੱਦੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਜਾਇਆ ਜਾਏ। ਜੇਕਰ ਮੈਂ ਚੁੱਪ ਰਹਾਂਗਾ ਤਾਂ ਮੌਕਾ ਗਵਾਚ ਜਾਵੇਗਾ। ਅੱਜ ਮੀਡੀਆ ਮੇਰੇ ਪਿੱਛੇ ਹੈ ਤਾਂ ਅਨਿਆਂ ਦੀ ਗੱਲ ਨੂੰ ਦੁਨੀਆ ਭਰ ਵਿੱਚ ਮੁੱਦਾ ਬਣਾਉਣਾ ਹੀ ਚਾਹੀਦਾ ਹੈ। ਸੰਜੇ ਮੈਨੂੰ ਮੀਡੀਆ ਤੋਂ ਦੂਰ ਰੱਖਣਾ ਚਾਹੁੰਦਾ ਸੀ, ਇਸ ਲਈ ਉਹ ਮੈਨੂੰ ਆਪਣੇ ਘਰ ਲੈ ਗਿਆ। ਤਕਰੀਬਨ 2 ਘੰਟਿਆਂ ਤੱਕ ਮੈਂ ਉਸ ਦੇ ਘਰ ਹੀ ਰਿਹਾ ਅਤੇ ਉੱਥੇ ਹੀ ਰੋਟੀ ਖਾਧੀ। ਮੋਬਾਈਲ ਬੰਦ ਕਰ ਦਿੱਤਾ ਸੀ। ਕੁਝ ਚਿਰ ਬਾਅਦ ਮੈਂ ਉੱਥੋਂ ਨਿਕਲਣ ਦੀ ਜੁਗਤ ਵਿੱਚ ਲੱਗ ਗਿਆ। ਹੁਣ ਮੈਂ ਉਸ ਨੂੰ ਕਿਹਾ ਕਿ ਮੈਨੂੰ ਮੇਰੇ ਵੱਡੇ ਭਰਾ ਦੇ ਘਰ ਛੱਡ ਦੇਵੇ, ਜਿਸ ਦੇ ਬਾਰੇ ਮੀਡੀਆ ਨੂੰ ਨਹੀਂ ਪਤਾ ਹੈ। ਫਿਰ ਅਸੀਂ ਉੱਥੇ ਪਹੁੰਚ ਗਏ। ਇਸ ਦੌਰਾਨ ਪਤਾ ਲੱਗਾ ਕਿ ਦਿੱਲੀ ਵਿੱਚ ਸਿੱਖ ਰਾਜਨੀਤੀ ਕਰਨ ਵਾਲਿਆਂ ਸਮੇਤ ਕਈ ਲੋਕਾਂ ਦਾ ਮੇਰੇ ਘਰ ਤੇ ਇਕੱਠ ਹੋਇਆ ਪਿਆ ਹੈ। ਮੈਨੂੰ ਉੱਥੇ ਨਾ ਪਾ ਕੇ ਮੀਡੀਆ ਵਾਲੇ ਮੇਰੇ ਪਰਿਵਾਰ ਵਾਲਿਆਂ ਨਾਲ ਕੁਝ ਗੱਲਾਂ ਕਰ ਰਹੇ ਸੀ। ਮੈਂ ਪਰੇਸ਼ਾਨ ਹੋ ਗਿਆ। TV ਮੀਡੀਆ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਤੇ ਜਿਹੜੇ ਪਰਿਵਾਰਜਨਾਂ ਨੇ ਕਦੇ ਕੈਮਰੇ ਜਾਂ ਪ੍ਰੈਸ ਦਾ ਸਾਹਮਣਾ ਨਾ ਕੀਤਾ ਹੋਵੇ, ਉਹਨਾਂ ਦੇ ਮੂੰਹ ਵਿੱਚ ਕੁਝ ਸ਼ਬਦ ਖੁਦ ਹੀ ਨਾ ਪਾ ਦੇਣ। ਮੈਂ ਘਰ ਦੇ ਸਾਰੇ ਮੈਂਬਰਾਂ ਨੂੰ ਕੋਈ ਵੀ ਗੱਲ ਬਾਹਰ ਕਰਨ ਤੋਂ ਸਖਤੀ ਨਾਲ ਮਨ੍ਹਾ ਕਰ ਦਿੱਤਾ। ਘਰ ਫੋਨ ਕਰਨ ਲਈ ਆਪਣਾ ਫੋਨ ਚਾਲੂ ਕੀਤਾ ਤਾਂ ਸੈਂਕੜੇ ਮਿਸ ਕਾਲਾਂ ਤੇ SMS ਆਏ ਹੋਏ ਸਨ। ਇੱਕ SMS ਰਾਜਦੀਪ ਸਾਰ ਦੇਸਾਈ ਦਾ ਸੀ, ਜਿਸ ਵਿੱਚ ਕਿਹਾ ਗਿਆ ਸੀ, ਐਡੀਟਰਸ ਗਿਲਡ ਦੇ ਵੱਲੋਂ ਮੇਰੇ ਖਿਲਾਫ ਕੋਈ ਬਿਆਨ ਆਉਣ ਵਾਲਾ ਹੈ, ਇਸ ਲਈ ਇਸ ਤੋਂ ਪਹਿਲਾਂ ਹੀ ਮੈਂ ਉਹਨਾਂ ਨਾਲ ਗੱਲ ਕਰਕੇ ਸਥਿਤੀ ਸਪਸ਼ਟ ਕਰ ਲਵਾਂ। ਮੈਨੂੰ ਲੱਗਾ ਕਿ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਮੈਂ ਫੋਨ ਮਿਲਾਇਆ ਤਾਂ ਉਹਨਾਂ ਨੇ ਕਿਹਾ ਕਿ ਉਹ ਇੱਕ ਕੈਮਰਾਮੈਨ ਨੂੰ ਭੇਜ ਰਹੇ ਨੇ ਤੇ ਉਹਨਾਂ ਨੂੰ ਇਹ ਗੱਲ ਕਹਿ ਦੇਣ। ਮੈਂ ਮਨਾ ਨਹੀਂ ਕੀਤਾ। ਮੈਂ ਵੀ ਮੀਡੀਆ ਨੂੰ ਸੱਚ ਦੱਸਣਾ ਚਾਹੁੰਦਾ ਸੀ।
ਹੁਣ ਜਦੋਂ ਐਸਾ ਹੋ ਚੁੱਕਾ ਤਾਂ ਬਰਖਾ ਦੱਤ ਦੇ SMS ਦਾ ਵੀ ਜਵਾਬ ਦੇ ਕੇ ਉਹਨਾਂ ਨੂੰ ਆਪਣਾ ਇੱਕ ਕੈਮਰਾਮੈਨ ਚੁੱਪ ਚਪੀਤੇ ਭੇਜਣ ਲਈ ਕਹਿ ਦਿੱਤਾ। ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਦੱਸ ਦਿੱਤਾ, ਜੋ ਕੁਝ ਵੀ ਹੋਇਆ ਉਹ ਇੱਕ ਸੰਕੇਤਕ ਵਿਰੋਧ ਸੀ। ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਕ ਪ੍ਰੈਸ ਰਿਪੋਰਟਰ ਦੇ ਸਵਾਲ ਤੇ ਮੈਂ ਜਵਾਬ ਦਿੱਤਾ ਕਿ ਮੁਆਫੀ ਉਹ ਮੰਗਣ ਜਿਨ੍ਹਾਂ ਨੇ ਕਤਲੇਆਮ ਕੀਤਾ ਤੇ ਇਨਸਾਫ ਨਹੀਂ ਹੋਣ ਦਿੱਤਾ। ਕੁਝ ਟੀਵੀ ਰਿਪੋਰਟਰਾਂ ਨੇ ਮੈਨੂੰ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੈਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਹੈ। ਉਹ ਇਸ ਬਾਰੇ ਮੇਰਾ ਬਿਆਨ ਚਾਹੁੰਦੇ ਸੀ, ਪਰ ਮੈਂ ਉਸ ਨੂੰ ਜ਼ਿਆਦਾ ਅਹਿਮੀਅਤ ਦੇਣਾ ਉਚਿਤ ਨਹੀਂ ਸਮਝਿਆ, ਕਿਉਂਕਿ ਉਹ ਵਕਤ 1984 ਦੇ ਮੁੱਦੇ ਨੂੰ ਅੱਗੇ ਰੱਖਣ ਦਾ ਸੀ, ਨਾ ਕਿ ਐਸੀਆਂ ਗੱਲਾਂ ਵਿੱਚ ਉਲਝਣ ਦਾ। ਮੈਨੂੰ ਹੁਣ ਤੱਕ ਇਹ ਨਹੀਂ ਪਤਾ ਸੀ ਕਿ ਇਸੇ ਦਿਨ ਅਕਾਲੀ ਦਲ ਬਾਦਲ ਨੇ ਵੀ ਜੰਤਰ ਮੰਤਰ ਤੇ 1984 ਦੇ ਸਬੰਧ ਵਿੱਚ ਕੋਈ ਧਰਨਾ ਪ੍ਰਦਰਸ਼ਨ ਰੱਖਿਆ ਹੋਇਆ। ਇਹ ਧਰਨੇ ਤੇ ਪ੍ਰਦਰਸ਼ਨ ਸਾਡੇ ਲੋਕਲ ਰਿਪੋਰਟਰ ਹੀ ਕਵਰ ਕਰਦੇ ਸੀ, ਇਸ ਲਈ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਕਿਸੇ ਪੱਤਰਕਾਰ ਨੇ ਜਦੋਂ ਮੇਰੇ ਪ੍ਰੋਟੈਸਟ ਤੇ ਅਕਾਲੀ ਦਲ ਦਾ ਪ੍ਰਦਰਸ਼ਨ ਇੱਕ ਹੀ ਦਿਨ ਹੋਣ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਕੀ ਗ੍ਰਹਿ ਮੰਤਰੀ ਪੀ ਚਿਦੰਬਰਮ ਤੇ ਅਕਾਲੀ ਦਲ ਬਾਦਲ ਆਪਸ ਵਿੱਚ ਰਲ ਕੇ ਇੱਕ ਹੀ ਦਿਨ ਤੈਅ ਕਰਨਗੇ। ਖੈਰ, ਮਾਮਲੇ ਨੇ ਤੂਲ ਫੜ ਲਿਆ ਤੇ ਹੁਣ ਕਾਂਗਰਸ ਵੱਲੋਂ ਕੁਝ ਅਜਿਹੇ ਸੰਕੇਤ ਆਉਣ ਲੱਗੇ ਜਿਵੇਂ ਉਹ ਟਾਈਟਲਰ ਤੇ ਸੱਜਣ ਕੁਮਾਰ ਦੀ ਉਮੀਦਵਾਰੀ ਤੇ ਮੁੜ ਵਿਚਾਰ ਕਰ ਸਕਦੀ। ਅਸਲ ਵਿੱਚ ਦੇਸ਼ ਵਿਦੇਸ਼ ਵਿੱਚ ਮੀਡੀਆ ਨੇ ਇਸ ਨੂੰ ਸਹੀ ਤੂਲ ਦੇ ਦਿੱਤਾ ਸੀ। ਕਾਂਗਰਸ ਕੋਲ ਕੋਈ ਜਵਾਬ ਨਹੀਂ ਸੀ। ਉਹ ਜੋ ਵੀ ਕਦਮ ਚੁੱਕਦੀ ਜਾਂ ਬੋਲਦੀ ਤਾਂ ਉਲਝ ਜਾਂਦੀ। ਇਸ ਤੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕਰਨਾ ਸੀ ਤੇ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਸਨ। ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਇੱਕ ਹਿੱਸੇ ਵਿੱਚ ਇਹ ਅਹਿਸਾਸ ਤਾਂ ਸੀ ਕਿ 1984 ਵਿੱਚ ਜੋ ਹੋਇਆ ਉਹ ਸਹੀ ਨਹੀਂ ਸੀ, ਪਰ ਕਿਧਰੇ ਇਸ ਦੀ ਜਾਂਚ ਤਤਕਾਲੀਨ ਵੱਡੇ ਆਗੂਆਂ ਤੱਕ ਨਾ ਪਹੁੰਚ ਜਾਵੇ, ਇਸ ਲਈ ਪੂਰੇ ਮੁੱਦੇ ਤੇ ਪਰਦਾ ਪਾਉਣ ਦੀ ਹੀ ਕੋਸ਼ਿਸ਼ ਹੁੰਦੀ ਰਹੀ। ਕਾਂਗਰਸ ਇਸ ਬਾਰੇ ਵਿੱਚ ਗੱਲ ਨਹੀਂ ਕਰਨਾ ਚਾਹੁੰਦੀ ਸੀ। ਜਦੋਂ ਉਹ ਸੰਸਦ ਵਿੱਚ ਜਾਂ ਬਾਹਰ ਗੁਜਰਾਤ ਦੰਗਿਆਂ ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਤਾਂ ਵਿਰੋਧੀ ਉਹਨਾਂ ਨੂੰ 1984 ਦੇ ਦੰਗਿਆਂ ਦਾ ਚੇਤਾ ਕਰਵਾ ਦਿੰਦੇ ਸੀ। ਇਹ ਗੱਲ ਮੈਨੂੰ ਹਮੇਸ਼ਾ ਰੜਕਦੀ ਰਹੀ ਕਿ ਜੇਕਰ ਇੱਕ ਨੇ ਗਲਤੀ ਕੀਤੀ ਸੀ ਤਾਂ ਦੂਜੇ ਦੀ ਗਲਤੀ ਨੂੰ ਚੇਤੇ ਕਰਾ ਕੇ ਆਪਣਾ ਬਚਾਅ ਕਰਨਾ ਕਿੱਥੋਂ ਤੱਕ ਠੀਕ ਹੈ। ਦੋਵੇਂ ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਤੇ ਦੋਵਾਂ ਦੇ ਵਕਤ ਵਿੱਚ ਹੀ ਘੱਟ ਗਿਣਤੀਆਂ ਨਾਲ ਜੇਕਰ ਕਿਧਰੇ ਅਨਿਆਂ ਹੋਇਆ ਹੈ ਤਾਂ ਉਹ ਇੱਕ ਦੂਜੇ ਤੇ ਦੋਸ਼ ਲਗਾ ਕੇ ਕਿਵੇਂ ਬਚ ਸਕਦੇ ਨੇ। ਇਹ ਇੱਕ ਦੂਜੇ ਤੇ ਦੋਸ਼ ਲਾਉਣ ਦੀ ਬਜਾਏ ਫਿਰਕਾ ਪ੍ਰਸਤੀ ਨੂੰ ਜੜ ਤੋਂ ਮਿਟਾਉਣ ਲਈ ਇਕੱਠੇ ਕਿਉਂ ਨਹੀਂ ਹੁੰਦੇ। ਇਸੇ ਦੌਰਾਨ ਕਿਸੇ ਰਾਜਨੀਤਿਕ ਪਾਰਟੀ ਨੇ ਮੇਰੇ ਲਈ ਲੋਕ ਸਭਾ ਟਿਕਟ ਦਾ ਐਲਾਨ ਕਰ ਦਿੱਤਾ ਤੇ ਕਈਆਂ ਨੇ ਮੇਰੇ ਲਈ ਪੈਸਿਆਂ ਤੇ ਸਨਮਾਨਾਂ ਦੀ ਝੜੀ ਲਾ ਦਿੱਤੀ। ਕੋਈ ਮੇਰੇ ਜੁੱਤੇ ਨੂੰ 5 ਲੱਖ ਵਿੱਚ ਖਰੀਦਣ ਨੂੰ ਤਿਆਰ ਸੀ ਤੇ ਕੋਈ ਮੈਨੂੰ ਲੱਖਾਂ ਰੁਪਏ ਦੇਣ ਦੀ ਗੱਲ ਕਰ ਰਿਹਾ ਸੀ। ਮੈਂ ਸਿੱਖਾਂ ਦੇ ਜਜ਼ਬਾਤਾਂ ਦਾ ਪ੍ਰਗਟਾਵਾ ਹੀ ਤਾਂ ਕੀਤਾ ਸੀ। ਇਹ ਲੋਕ ਮੈਨੂੰ ਉਹਨਾਂ ਨਿਰਮਲ ਜਜ਼ਬਾਤਾਂ ਦੀ ਕੀਮਤ ਕਿਉਂ ਲਾ ਰਹੇ ਸੀ? ਉਸ ਤੇ ਰਾਜਨੀਤੀ ਦੀ ਮੈਲ ਕਿਉਂ ਸੁੱਟ ਰਹੇ ਸੀ? ਮੈਂ ਅਜਿਹੇ ਲੋਕਾਂ ਦੇ ਖਿਲਾਫ ਮੀਡੀਆ ਵਿੱਚ ਕੁਝ ਕੜੇ ਲਫ਼ਜ਼ਾਂ ਦੀ ਵੀ ਵਰਤੋਂ ਕਰਕੇ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜੋ ਮੇਰੇ ਬਾਰੇ ਵਿੱਚ ਜਾਣ ਬੁੱਝ ਕੇ ਫੈਲਾਏ ਜਾ ਰਹੇ ਸੀ। ਮੈਨੂੰ ਅਕਾਲੀ ਦੱਸਣ ਦੀ ਕੋਸ਼ਿਸ਼ ਵੀ ਹੋ ਰਹੀ ਸੀ ਜੋ ਕਿ ਸੱਚਾਈ ਤੋਂ ਕੋਹਾਂ ਦੂਰ ਸੀ। ਜੇ ਮੈਂ ਕੋਈ ਰਾਜਨੀਤਿਕ ਆਫਰ ਮਨਜ਼ੂਰ ਕਰਦਾ ਤਾਂ ਮੇਰੇ ਵਿਰੋਧ ਦੀ ਅਹਿਮੀਅਤ ਘਟ ਜਾਂਦੀ, ਉਸ ਨੂੰ ਦਾਗ ਲੱਗ ਜਾਣਾ ਸੀ। ਅਸਲ ਵਿੱਚ ਮੇਰੇ ਲਈ ਰਾਜਨੀਤੀ ਦੇ ਚਿੱਕੜ ਤੋਂ ਦੂਰ ਰਹਿਣਾ ਜ਼ਰੂਰੀ ਸੀ। ਅਗਲੇ ਦਿਨ ਅਦਾਲਤ ਵਿੱਚ ਟਾਈਟਲਰ ਦੇ ਮਾਮਲੇ ਵਿੱਚ ਸੁਣਵਾਈ ਸੀ। ਵਿਰੋਧ ਪ੍ਰਦਰਸ਼ਨਾਂ ਵਿੱਚ ਤੇਜ਼ੀ ਆ ਚੁੱਕੀ ਸੀ ਤੇ ਕਾਂਗਰਸ ਤੇ ਦਬਾਅ ਵਧ ਰਿਹਾ ਸੀ। ਕਾਂਗਰਸ ਨੂੰ ਪੰਜਾਬ ਵਿੱਚ ਚੰਗਾ ਕਰਨ ਦੀ ਉਮੀਦ ਸੀ ਤੇ ਮੀਡੀਆ ਅਜਿਹੇ ਕਿਆਸ ਲਾ ਰਿਹਾ ਸੀ ਕਿ ਹੁਣ ਸ਼ਾਇਦ ਪੰਜਾਬ ਦੇ ਕਾਂਗਰਸ ਨੇਤਾਵਾਂ ਨੇ ਵੀ ਸੱਜਣ ਕੁਮਾਰ ਤੇ ਟਾਈਟਲ ਮਾਮਲੇ ਨੂੰ ਉਥੋਂ ਦੀਆਂ ਚੋਣਾਂ ਤੇ ਅਸਰ ਪੈਣ ਦੀ ਗੱਲ ਕਹਿ ਦਿੱਤੀ। ਕਿਹਾ ਗਿਆ ਕਿ ਦਿੱਲੀ ਵਿੱਚ ਸ਼ੀਲਾ ਦੀਕਸ਼ਤ ਦੇ ਧੜੇ ਨੇ ਵੀ ਇਸ ਮੁੱਦੇ ਨੂੰ ਹਲਕੇ ਢੰਗ ਨਾਲ ਚੁੱਕਿਆ ਸੀ। ਹਕੀਕਤ ਇਹ ਹੈ ਕਿ ਇਹ ਸਾਰੇ ਤੱਥ ਪਹਿਲਾਂ ਵੀ ਸੀ, ਪਰ ਕਾਂਗਰਸ ਨੇ ਇਹਨਾਂ ਸਭ ਨੂੰ ਅਣਦੇਖਿਆ ਕਰਕੇ ਟਿਕਟ ਦਿੱਤੇ ਸੀ। ਕਾਂਗਰਸ ਨੇ ਅਗਲੇ ਦਿਨ ਅਦਾਲਤ ਵਿੱਚ ਸੁਣਵਾਈ ਦਾ ਇੰਤਜ਼ਾਰ ਕੀਤਾ ਤੇ ਜਦੋਂ ਉੱਥੇ ਮਾਮਲਾ ਅੱਗੇ ਲਟਕ ਗਿਆ
ਤਾਂ ਕਾਂਗਰਸ ਨੂੰ ਵੀ ਲੱਗਣ ਲੱਗਾ ਕਿ ਵਕਤ ਆ ਗਿਆ ਹੈ ਕਿ ਫੈਸਲਾ ਲਵੇ, ਨਹੀਂ ਤਾਂ ਚੋਣ ਮੁਹਿੰਮ ਨੂੰ ਝਟਕਾ ਲੱਗਣਾ ਤੈਅ ਸੀ। ਸੋ ਹੁਣ ਮਾਮਲਾ ਲਟਕੇ ਨਹੀਂ, ਚੋਣਾਂ ਚੱਲ ਰਹੀਆਂ ਨੇ ਤੇ ਜੇ ਕਦਮ ਨਾ ਚੁੱਕਿਆ ਤਾਂ ਮਾਮਲਾ ਹੋਰ ਭਖੇਗਾ। ਖਾਸ ਕਰਕੇ ਇੱਕ ਸਿੱਖ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕਰਨ ਦੇ ਨਾਲ ਹੀ ਇਸ ਮੁੱਦੇ ਨੂੰ ਹੁਣ ਲੁਕੋ ਕੇ ਰੱਖਣਾ ਮੁਸ਼ਕਲ ਹੋ ਚੁੱਕਾ ਸੀ। ਜੇਕਰ ਗੁਜਰਾਤ ਦੰਗਿਆਂ ਦੇ ਮਸਲੇ ਤੇ ਭਾਜਪਾ ਨੂੰ ਫਿਰਕੂ ਦੱਸਦੇ ਹੋਏ ਘੇਰਾ ਪਾਉਣਾ ਸੀ ਤਾਂ ਫਿਰ 1984 ਦੇ ਭੂਤ ਤੋਂ ਪਿੱਛਾ ਛਡਾਉਣਾ ਹੀ ਪੈਣਾ ਸੀ। ਨਤੀਜਾ ਸ਼ਾਮ ਨੂੰ ਜਗਦੀਸ਼ ਟਾਈਟਲਰ ਦੀ ਪ੍ਰੈਸ ਕਾਨਫਰੰਸ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਵਿੱਚ ਉਹਨਾਂ ਨੇ ਉਮੀਦਵਾਰੀ ਤੋਂ ਹਟਣ ਦੀ ਗੱਲ ਕਹਿ ਦਿੱਤੀ। ਪੱਤਰਕਾਰ ਕਹਿ ਰਹੇ ਸਨ ਕਿ ਉਸ ਨੂੰ ਕਾਂਗਰਸ ਆਲਾ ਕਮਾਨ ਨੇ ਪਿੱਛੇ ਹਟਣ ਲਈ ਕਿਹਾ ਸੀ। ਹੁਣ ਪ੍ਰਧਾਨ ਮੰਤਰੀ ਵੀ ਮੇਨ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ। ਉਹਨਾਂ ਨੇ ਟਿਕਟ ਕੱਟੇ ਜਾਣ ਦੇ ਸਵਾਲ ਤੇ ਦੇਰ ਆਇਦ ਦਰੁਸਤ ਆਇਦ ਕਹਿ ਕੇ ਮੇਰੇ ਵਿਰੋਧ ਦੇ ਮੁੱਦੇ ਨੂੰ ਸਹੀ ਠਹਿਰਾ ਦਿੱਤਾ ਸੀ। ਮੈਂ ਜੇਤੂ ਤਾਂ ਨਹੀਂ, ਪਰ ਕਾਫੀ ਰਾਹਤ ਮਹਿਸੂਸ ਕਰ ਰਿਹਾ ਸੀ। 25 ਸਾਲਾਂ ਬਾਅਦ ਜਦੋਂ ਸਾਰੇ ਮੰਨਣ ਲੱਗ ਗਏ ਸੀ ਕਿ ਕੁਝ ਨਹੀਂ ਹੋ ਸਕਦਾ, ਤਾਂ ਫਿਰ ਜੁੱਤੇ ਨੇ ਇਤਿਹਾਸ ਬਦਲ ਦਿੱਤਾ। ਪ੍ਰਧਾਨ ਮੰਤਰੀ ਨੇ ਇੱਥੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਬਾਅਦ ਵਿੱਚ ਇੰਡੀਅਨ ਐਕਸਪ੍ਰੈਸ ਨੇ ਇਸ ਕਲੀਨ ਚਿੱਟ ਦੇ ਪਿੱਛੇ ਦੀ ਖੇਡ ਨੂੰ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਵਰਲਡ ਸਿੱਖ ਨਿਊਜ਼ ਨੇ ਇਸ ਘਟਨਾ ਦੇ ਬਾਰੇ ਲਿਖਿਆ ਕਿ 25 ਸਾਲਾਂ ਤੋਂ ਜੋ ਨਿਆਂ ਦਾ ਚੱਕਰ ਨਹੀਂ ਘੁੰਮ ਸਕਿਆ ਸੀ, ਉਹ ਜੁੱਤੀ ਦੀ 2.5 ਮੀਟਰ ਦੀ ਦੂਰੀ ਤੈਅ ਕਰਨ ਨਾਲ ਕੁਝ ਅੱਗੇ ਘੁੰਮ ਗਿਆ ਸੀ। ਇਸ ਘਟਨਾ ਦੇ 5 ਦਿਨਾਂ ਬਾਅਦ ਮੈਨੂੰ ਅੰਮ੍ਰਿਤਸਰ ਵਿੱਚ ਮਕਬੂਲਪੁਰਾ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਆਇਆ। ਉੱਥੇ ਤਕਰੀਬਨ 800 ਅਜਿਹੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਾ ਰਿਹਾ ਸੀ ਜਿਨ੍ਹਾਂ ਦੇ ਪਿਤਾ ਨਸ਼ਿਆਂ ਦੇ ਜਾਲ ਵਿੱਚ ਫਸ ਗਏ, ਉਹਨਾਂ ਨੂੰ ਅਨਾਥ ਛੱਡ ਗਏ ਸੀ। ਇਹ ਸੇਵਾ ਸਾਬਕਾ IPS ਕਿਰਨ ਬੇਦੀ ਦੇ ਪਤੀ ਬ੍ਰਿਜ ਬੇਦੀ ਤੇ ਕੁਝ ਹੋਰ ਲੋਕ ਮਿਲ ਕੇ ਚਲਾ ਰਹੇ ਨੇ। ਉਹਨਾਂ ਨੇ ਕਿਹਾ ਕਿ ਅੱਜ ਮੀਡੀਆ ਮੇਰੇ ਪਿੱਛੇ ਹੈ ਤੇ ਜੇਕਰ ਮੈਂ ਇਸ ਰੈਲੀ ਦੀ ਹਮਾਇਤ ਕਰਨਾ ਵਾਂ ਤਾਂ ਮੁੱਦਾ ਹਾਈਲਾਈਟ ਹੋਵੇਗਾ। ਮੈਨੂੰ ਵੀ ਲੱਗਾ ਕਿ ਇਸ ਤੋਂ ਚੰਗਾ ਕੀ ਹੋ ਸਕਦਾ ਹੈ ਕਿ ਨਾਲ ਹੀ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਦਾ ਵੀ ਸੁਭਾਗ ਮਿਲ ਜਾਵੇਗਾ। ਇਸ ਘਟਨਾ ਤੋਂ ਬਾਅਦ ਮੇਰਾ ਦਿਲ ਵੀ ਉੱਥੇ ਨਮਸਤਕ ਹੋਣ ਨੂੰ ਕਰ ਰਿਹਾ ਸੀ, ਜਿਵੇਂ ਮੈਂ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੁੰਦਾ ਸੀ। ਮੈਂ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਪਹੁੰਚ ਗਿਆ ਤੇ ਸਰਾਂ ਵਿੱਚ ਕਮਰੇ ਇੱਕ ਪੱਤਰਕਾਰ ਮਿੱਤਰ ਦੇ ਨਾਂ ਤੇ ਬੁੱਕ ਕਰਵਾ ਲਏ ਸੀ। ਹਾਲਾਂਕਿ ਇਸ ਫੇਰੀ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਬਰ ਲੱਗ ਚੁੱਕੀ ਸੀ। ਸ਼ਾਇਦ ਰਾਹ ਵਿੱਚ ਲੁਧਿਆਣੇ ਵਿੱਚ ਸਾਨੂੰ ਰੋਕ ਕੇ ਗੁਰਸਿੱਖ ਫੈਮਿਲੀ ਕਲੱਬ ਵਾਲਿਆਂ ਨੇ ਸਾਡਾ ਸਵਾਗਤ ਕੀਤਾ ਤਾਂ ਉਹਨਾਂ ਵਿੱਚੋਂ ਹੀ ਕਿਸੇ ਨੇ ਅੱਗੇ ਦੱਸ ਦਿੱਤਾ ਸੀ। ਜਦੋਂ ਅਸੀਂ ਅੰਮ੍ਰਿਤਸਰ ਪਹੁੰਚੇ ਤਾਂ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਅਗਲੇ ਦਿਨ ਸਵੇਰੇ ਸੂਚਨਾ ਦਫ਼ਤਰ ਵਿੱਚ ਸਿਰਪਾਓ ਦੇਣ ਦੀ ਗੱਲ ਕਹੀ ਗਈ। ਸ਼੍ਰੋਮਣੀ ਕਮੇਟੀ ਦੇ ਨੌਜਵਾਨ ਮੈਂਬਰ ਤੇ ਅਕਾਲ ਪੁਰਖ ਦੀ ਫੌਜ ਸੰਸਥਾ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਇਹ ਗੱਲ ਉੱਥੇ ਦੱਸੀ ਤੇ ਨਾਲ ਹੀ ਕਿਹਾ ਕਿ ਇੱਥੇ ਸਿਰਪਾਓ ਪ੍ਰਾਪਤ ਕਰਨਾ ਕੋਈ ਰਾਜਨੀਤੀ ਨਹੀਂ ਹੈ। ਮੈਂ ਸੋਚਾਂ ਵਿੱਚ ਪੈ ਗਿਆ। ਚੋਣਾਂ ਕਰਕੇ ਮੈਂ ਕੋਈ ਰਾਜਨੀਤਿਕ ਸੰਕੇਤ ਦੇਣ ਤੋਂ ਬਚਣਾ ਚਾਹੁੰਦਾ ਸੀ। ਉੱਥੇ ਹੀ ਅੰਮ੍ਰਿਤਸਰ ਦੇ ਪੱਤਰਕਾਰ ਦੋਸਤਾਂ ਨੇ ਸਲਾਹ ਦਿੰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿਲ ਦੇ ਆਪਰੇਸ਼ਨ ਦੇ ਬਾਅਦ ਅੰਮ੍ਰਿਤਸਰ ਫੇਰੀ ਤੇ ਸਰੋਪਾ ਦਿੱਤਾ ਗਿਆ ਸੀ, ਜਾਂ ਹੋਰ ਕਿਸੇ ਧਰਮ ਜਾਂ ਖੇਤਰ ਦੀ ਸ਼ਖਸੀਅਤ ਵੀ ਆਵੇ ਤਾਂ ਉਸ ਨੂੰ ਸੂਚਨਾ ਦਫ਼ਤਰ ਵਿੱਚ ਹੀ ਸਨਮਾਨਿਤ ਕੀਤਾ ਜਾਂਦਾ ਹੈ। ਇਸ ਲਈ ਇਸ ਦਾ ਕੋਈ ਰਾਜਨੀਤਿਕ ਸੰਕੇਤ ਨਹੀਂ ਜਾਵੇਗਾ। ਕਮੇਟੀ ਉੱਤੇ ਭਲਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਹੋਵੇ, ਪਰ ਹੈ ਤਾਂ ਇਹ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ। ਜੇਕਰ ਸਰਕਾਰ ਕਿਸੇ ਨੂੰ ਪਦਮ ਸ਼੍ਰੀ ਜਾਂ ਅਰਜਨ ਅਵਾਰਡ ਦਿੰਦੀ ਹੈ ਤਾਂ ਉਸ ਨੂੰ ਸੱਤਾ ਵਿੱਚ ਬੈਠੀ ਪਾਰਟੀ ਵੱਲੋਂ ਨਹੀਂ ਬਲਕਿ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਤੋਂ ਤਸਵੀਰ ਲੈਣ ਵਿੱਚ ਕੁਝ ਗਲਤ ਨਹੀਂ ਹੈ। ਜੇਕਰ ਮੈਂ ਮਨਾ ਕਰਾਂਗਾ ਤਾਂ ਗਲਤ ਸੰਦੇਸ਼ ਜ਼ਰੂਰ ਜਾਵੇਗਾ। ਸਿੱਖ ਜਗਤ ਵੀ ਸਮਝੇਗਾ ਕਿ ਜਰਨੈਲ ਸਿੰਘ ਨੇ ਅਹੰਕਾਰ ਵਸ ਗੁਰੂ ਘਰ ਦਾ ਸਰੋਪਾਓ ਠੁਕਰਾਇਆ ਹੈ ਜਾਂ ਕਿਸੇ ਪਾਰਟੀ ਬਾਜੀ ਵਿੱਚ ਫਸਿਆ ਹੋਇਆ ਹੈ। ਇਸ ਨਾਲ ਬੇਲੋੜਾ ਵਿਵਾਦ ਬਣੇਗਾ। ਮੈਂ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੁੰਦਾ ਸੀ। ਅਗਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੈਨੂੰ ਸਿਰਪਾਓ ਤੇ ਦਰਬਾਰ ਸਾਹਿਬ ਦੀ ਇੱਕ ਤਸਵੀਰ ਭੇਟ ਕੀਤੀ। ਇਸ ਤੋਂ ਬਾਅਦ ਉਹ ਮੈਨੂੰ ਨਾਲ ਦੇ ਇੱਕ ਕਮਰੇ ਵਿੱਚ ਲੈ ਗਏ
ਜਿੱਥੇ 10 ਮਿੰਟਾਂ ਤੱਕ ਗੱਲਬਾਤ ਹੋਈ। ਇਹ ਗੱਲਬਾਤ ਮੈਨੂੰ ਸ਼੍ਰੋਮਣੀ ਕਮੇਟੀ ਵਿੱਚ ਮੀਡੀਆ ਸਲਾਹਕਾਰ ਦਾ ਅਹੁਦਾ ਦੇਣ ਲਈ ਸੀ। ਨਾਲ ਹੀ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਕੁਝ ਗੱਲਾਂ ਹੋਈਆਂ। ਮੈਂ ਉਹਨਾਂ ਨੂੰ ਇਸ ਬਾਰੇ ਉੱਥੇ ਹੀ ਮਨਾ ਕਰ ਦਿੱਤਾ। ਇਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਹੋਈ ਤਾਂ ਮੱਕੜ ਜੀ ਨੇ ਆਪਣੀ ਪੇਸ਼ਕਸ਼ ਜਨਤਕ ਤੌਰ ਤੇ ਫਿਰ ਦੁਹਰਾ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਦਰਵਾਜ਼ੇ ਜਰਨੈਲ ਸਿੰਘ ਲਈ ਪੂਰੀ ਤਰ੍ਹਾਂ ਖੁੱਲ੍ਹੇ ਨੇ। ਜਦੋਂ ਮੀਡੀਆ ਨੇ ਮੈਨੂੰ ਉਸ ਪੇਸ਼ਕਸ਼ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਨਿਮਰਤਾ ਨਾਲ ਪ੍ਰਵਾਨ ਕਰਨ ਤੋਂ ਮਨਾ ਕਰ ਦਿੱਤਾ। ਮੈਨੂੰ ਲੱਗਿਆ ਕਿ ਐਸਾ ਕਰਨ ਨਾਲ ਇਸ ਦੇ ਰਾਜਨੀਤਿਕ ਅਰਥ ਕੱਢੇ ਜਾਣਗੇ ਤੇ ਫਿਰ ਉਹ ਲੋਕ ਮੇਰੀ ਆਲੋਚਨਾਵਾਂ ਦਾ ਹੜ ਲਾ ਦੇਣਗੇ, ਜਿਨ੍ਹਾਂ ਨੂੰ ਮੈਂ ਹੁਣ ਤੱਕ ਕੋਈ ਮੌਕਾ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਮੈਂ ਦੁਪਹਿਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਸਥਿਤੀ ਨੂੰ ਹੋਰ ਸਪਸ਼ਟ ਕਰ ਦਿੱਤਾ। ਅਸਲ ਵਿੱਚ ਮੈਂ ਕਿਸੇ ਰਾਜਨੀਤਿਕ ਅਖਾੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ ਤੇ ਮੇਰੇ ਲਈ ਜ਼ਰੂਰੀ ਸੀ ਕਿ ਇਹ ਸਭ ਤੋਂ ਦੂਰ ਰਹਾਂ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਆਮ ਸਿੱਖ ਸੰਗਤ ਨੇ ਰੋਕ ਕੇ ਮੈਨੂੰ ਥਾਪੜਾ ਦਿੱਤੀ। ਉਹ ਅਨੁਭਵ ਨਾ ਭੁੱਲਣਯੋਗ ਸੀ। ਇੱਕ ਸਿੱਖ ਬੀਬੀ ਨੇ ਮੇਰੇ ਉੱਥੇ ਆਉਣ ਦੀ ਗੱਲ ਸੁਣ ਕੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਨੰਗੇ ਪੈਰੀ ਹੀ ਉਸ ਰਿਕਸ਼ੇ ਪਿੱਛੇ ਤਕਰੀਬਨ 1 ਕਿਲੋਮੀਟਰ ਦੌੜਦੀ ਆਈ, ਜਿਸ ਵਿੱਚ ਮੈਂ ਆਪਣੇ ਇੱਕ ਮਿੱਤਰ ਨਾਲ ਬੈਠਾ ਸੀ। ਇਹ ਗੱਲ ਮੇਰੇ ਦਿਲ ਨੂੰ ਛੋਹ ਗਈ। ਸੰਗਤ ਵਿੱਚ ਖਾਸ ਕਰ ਉਹ ਨੌਜਵਾਨ ਸਿੱਖ ਜੋ 1984 ਵਿੱਚ ਅਜੇ ਪੈਦਾ ਵੀ ਨਹੀਂ ਹੋਏ ਸੀ, ਉਹ ਮੇਰੇ ਨਾਲ ਖੜੇ ਹੋ ਕੇ ਫੋਟੋਆਂ ਖਿਚਵਾ ਰਹੇ ਸੀ। ਨਾਲ ਹੀ ਜਦੋਂ ਮੈਂ ਦਰਬਾਰ ਸਾਹਿਬ ਪ੍ਰਿਸਰ ਵਿੱਚ ਇਤਿਹਾਸਕ ਮੰਜੀ ਸਾਹਿਬ ਵਿੱਚ ਢਾਡੀ ਸਿੰਘਾਂ ਨੂੰ ਵਾਰ ਗਾਉਂਦਿਆਂ ਮੇਰਾ ਜੁੱਤਾ ਸੁੱਟਣ ਦੇ ਪ੍ਰਕਰਨ ਦਾ ਜ਼ਿਕਰ ਕਰਦਿਆਂ ਸੁਣਿਆ ਤਾਂ ਲੱਜਾ ਮਹਿਸੂਸ ਹੋਈ। ਮੈਂ ਆਪਣੇ ਆਪ ਨੂੰ ਇਸ ਮਾਣ ਦੇ ਕਾਬਲ ਨਹੀਂ ਸਮਝਦਾ ਸੀ। ਬਰਖਾ ਦੱਤ ਦਾ ਬਾਗ ਸਪਾਟਸ ਹੇਅਰ ਪ੍ਰੋਗਰਾਮ ਹੋਵੇ ਜਾਂ तमाम ਹੋਰ ਟੀਵੀ ਚੈਨਲਾਂ ਦੇ ਪ੍ਰੋਗਰਾਮ, ਮੇਰੀ ਕੋਸ਼ਿਸ਼ 1984 ਦੇ ਅਨਿਆਂ ਨੂੰ ਪ੍ਰਮੁੱਖਤਾ ਨਾਲ ਰੱਖਣ ਦੀ ਸੀ। ਆਖਰ 1984 ਦੇ ਮੁੱਦੇ ਨੂੰ ਪਹਿਲੀ ਵਾਰ ਮੀਡੀਆ ਨੇ ਇੰਨਾ ਮਹੱਤਵ ਦਿੱਤਾ ਸੀ। ਜਦੋਂ ਕਤਲੇਆਮ ਹੋਇਆ ਸੀ ਤਾਂ ਤੇ ਮੀਡੀਆ ਨੂੰ ਵੀ ਜਿਵੇਂ ਗ੍ਰਹਿਣ ਲੱਗਾ ਹੋਇਆ ਸੀ, ਜਾਂ ਫਿਰ ਸਰਕਾਰ ਦਾ ਦਬਦਬਾ ਇੰਨਾ ਜ਼ਿਆਦਾ ਸੀ ਕਿ ਸਿਵਾਏ ਇੰਡੀਅਨ ਐਕਸਪ੍ਰੈਸ ਜਾਂ ਇੰਡੀਆ ਟੂਡੇ ਦੇ ਇਸ ਮੁੱਦੇ ਤੇ ਲਿਖਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਹੋਈ ਸੀ। 25 ਸਾਲਾਂ ਬਾਅਦ ਮੀਡੀਆ ਇਸ ਕਤਲੇਆਮ ਨੂੰ ਲੈ ਕੇ ਸਵਾਲ ਕਰ ਰਿਹਾ ਸੀ। ਇਸ ਨੂੰ ਜੁੱਤੇ ਦੀ ਕਰਾਮਾਤ ਹੀ ਕਿਹਾ ਜਾ ਸਕਦਾ ਹੈ। ਸਭ ਤੋਂ ਜ਼ਿਆਦਾ ਸੁਖਦ ਅਹਿਸਾਸ ਤਾਂ ਹੋਇਆ ਜਦੋਂ ਇਸ ਕਤਲੇਆਮ ਦੀ ਸ਼ਿਕਾਰ ਵਿਧਵਾਵਾਂ ਨੇ ਸੱਜਣ ਕੁਮਾਰ ਤੇ ਟਾਈਟਲਰ ਦੀਆਂ 2 ਟਿਕਟਾਂ ਕੱਟਣ ਉੱਤੇ ਸੰਤੋਖ ਪ੍ਰਗਟ ਕੀਤਾ। ਉਹਨਾਂ ਦੇ ਦਿਲ ਨੂੰ ਠੰਡਕ ਮਹਿਸੂਸ ਹੋਈ। ਲੱਗ ਰਿਹਾ ਸੀ ਕਿ ਜੇਕਰ ਮੇਰੇ ਇਸ ਕਦਮ ਨਾਲ ਇਹਨਾਂ ਨੂੰ ਸੰਤੋਖ ਮਿਲਿਆ ਹੈ ਤਾਂ ਫਿਰ ਇਸ ਤੋਂ ਅੱਗੇ ਸਾਰੇ ਤਰਕ ਬੇਕਾਰ ਨੇ। ਜਦੋਂ ਤਿਲਕ ਵਿਹਾਰ ਵਿੱਚ ਇਹਨਾਂ ਵਿਧਵਾਵਾਂ ਦੀ ਕਲੋਨੀ ਦੇ ਗੁਰਦੁਆਰੇ ਵਿੱਚ ਮੈਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਮੈਂ ਭਾਵੁਕ ਹੋ ਗਿਆ ਸੀ। ਉਹ ਮੇਰੇ ਜੀਵਨ ਦਾ ਸਭ ਤੋਂ ਵੱਧ ਸੰਤੋਖ ਵਾਲਾ ਦਿਨ ਸੀ। ਆਖਰ ਇਹ ਵੀ ਤਾਂ ਇਸੇ ਦੇਸ਼ ਦੇ ਨਾਗਰਿਕ ਹਨ। ਨਿਆਂ ਦੀ ਆਸ ਵਿੱਚ 25 ਸਾਲਾਂ ਤੋਂ ਚੱਲ ਰਿਹਾ ਸੰਘਰਸ਼ ਆਖਰ ਕਦੋਂ ਤੱਕ ਚੱਲੇਗਾ? ਮੇਰੇ ਅਖਬਾਰ ਵਾਲਿਆਂ ਨੇ ਸੰਕੇਤਕ ਵਿਰੋਧ ਦੇ ਬਾਅਦ ਮੈਨੂੰ 20 ਦਿਨਾਂ ਤੱਕ ਦਫ਼ਤਰ ਨਾ ਆਉਣ ਲਈ ਕਿਹਾ। ਨਾਲ ਹੀ ਮੀਡੀਆ ਵਿੱਚ ਵੀ ਨਾ ਜਾਣ ਦੀ ਹਦਾਇਤ ਦਿੱਤੀ ਸੀ। ਪਰ ਜਦੋਂ 20 ਦਿਨਾਂ ਬਾਅਦ ਮੈਂ ਅਖਬਾਰ ਵਿੱਚ ਵਾਪਸ ਆਉਣ ਲਈ ਪੁੱਛਿਆ ਤਾਂ ਕਿਹਾ ਗਿਆ ਕਿ ਅਜੇ ਚੋਣਾਂ ਤੱਕ ਇੰਤਜ਼ਾਰ ਕਰੋ। ਇਸੇ ਦੌਰਾਨ ਦਿੱਲੀ ਵਿੱਚ ਚੋਣਾਂ ਦਾ ਦਿਨ ਆ ਗਿਆ ਤਾਂ ਸਵੇਰੇ ਹੀ ਹੈਡਲਾਈਨ ਟੁਡੇ ਨਿਊਜ਼ ਚੈਨਲ ਤੋਂ ਫੋਨ ਆਇਆ ਕਿ ਮੈਂ ਕਿਸ ਨੂੰ ਵੋਟ ਦੇਣ ਜਾ ਰਿਹਾ ਹਾਂ ਤੇ ਕਿੱਥੇ ਵੋਟ ਪਾਉਣ ਜਾਵਾਂਗਾ। ਮੇਰੇ ਲਈ ਇਹ ਇੱਕ ਅਹਿਮ ਸਵਾਲ ਸੀ। ਮੈਂ ਕਿਹਾ ਕਿ ਦੇਸ਼ ਵਿੱਚ ਧਰਮ ਨਿਰਪੇਖਤਾ ਨੂੰ ਸਹੀ ਮਾਇਨਿਆਂ ਵਿੱਚ ਮੰਨਣ ਵਾਲਾ ਕੋਈ ਵੀ ਉਮੀਦਵਾਰ ਜਾਂ ਦਲ ਮੇਰੇ ਸਾਹਮਣੇ ਨਹੀਂ ਹੈ, ਇਸ ਲਈ ਮੈਂ ਵੋਟ ਨਹੀਂ ਕਰਾਂਗਾ। ਦਰਅਸਲ ਮੈਂ ਕੋਈ ਰਾਜਨੀਤਿਕ ਸੰਕੇਤ ਨਹੀਂ ਦੇਣਾ ਚਾਹੁੰਦਾ ਸੀ, ਜਦ ਕਿ ਮੈਂ ਲੰਮੇ ਸਮੇਂ ਤੋਂ ਚੋਣ ਕਮਿਸ਼ਨ ਕਵਰ ਕਰਦਾ ਰਿਹਾ ਹਾਂ ਅਤੇ ਚੋਣਾਂ ਵਿੱਚ ਮਤ ਦਿਨ ਵਧਾਉਣ ਵਾਲੀਆਂ ਚੋਣ ਕਮਿਸ਼ਨ ਦੀਆਂ तमाम ਮੁਹਿੰਮਾਂ ਬਾਰੇ ਅਖਬਾਰ ਵਿੱਚ ਪ੍ਰਮੁੱਖਤਾ ਨਾਲ ਲਿਖਦਾ ਰਿਹਾ ਸੀ। ਚੋਣ ਨਤੀਜਾ ਆਉਂਦਿਆਂ ਹੀ ਮੇਰੇ ਅਖਬਾਰ ਵਾਲਿਆਂ ਦਾ ਵਤੀਰਾ ਬਦਲ ਗਿਆ। ਹਾਲਾਂਕਿ ਇਹ ਮੈਨੂੰ ਕੋਈ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਨਹੀਂ ਸੀ। ਮੇਰੇ ਅਖਬਾਰ ਨੇ ਹੁਣ ਮੈਨੂੰ ਨੌਕਰੀ ਤੋਂ ਅਸਤੀਫਾ ਦੇਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਮੈਨੂੰ ਪਤਾ ਲੱਗਾ ਕਿ ਮੈਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਉਹ ਮੇਰੇ ਪੁਰਾਣੇ ਘਰ ਦੇ ਪਤੇ ਤੇ ਭੇਜਿਆ ਗਿਆ ਸੀ। ਫਿਰ ਇਹ ਮੇਰੇ ਕੋਲ ਦੁਬਾਰਾ ਆਇਆ ਤਾਂ ਮੈਂ ਜਵਾਬ ਭੇਜ ਦਿੱਤਾ।
ਇਸ ਜਵਾਬ ਦੇ ਬਾਵਜੂਦ ਮੈਨੂੰ ਗੈਰ ਰਸਮੀ ਢੰਗ ਨਾਲ ਦੱਸਿਆ ਜਾ ਰਿਹਾ ਸੀ ਕਿ ਸਰਕਾਰ ਮੁੜ ਉਹਨਾਂ ਦੀ ਬਣ ਚੁੱਕੀ ਹੈ, ਇਸ ਲਈ ਉਹਨਾਂ ਲਈ ਮੈਨੂੰ ਰੱਖ ਪਾਉਣਾ ਅਸੰਭਵ ਹੋ ਗਿਆ ਹੈ। ਸਵਾਲ ਇਹੀ ਹੈ ਕਿ ਜੇਕਰ ਕਾਂਗਰਸ ਤੇ ਨਵੀਂ ਸਰਕਾਰ ਦਾ ਦਬਾਅ ਨਹੀਂ ਸੀ ਤਾਂ ਫਿਰ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਇਹ ਕਦਮ ਕਿਉਂ ਚੁੱਕਿਆ ਗਿਆ, ਅਤੇ ਉਹ ਵੀ ਪੌਣੇ 3 ਮਹੀਨਿਆਂ ਬਾਅਦ। ਮੈਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੇਰਾ ਅਸਤੀਫਾ ਦੇਣਾ ਸਿਧਾਂਤਕ ਤੌਰ ਤੇ ਗਲਤੀ ਕਬੂਲ ਕਰਨ ਜਿਹਾ ਹੁੰਦਾ, ਜੇਕਰ ਮੈਂ ਸਿਧਾਂਤਕ ਤੌਰ ਉੱਤੇ ਇਸ ਨੂੰ ਗਲਤੀ ਨਹੀਂ ਮੰਨ ਰਿਹਾ ਸੀ। ਇਹ ਇੱਕ ਸੰਕੇਤਕ ਵਿਰੋਧ ਸੀ ਤਾਂ ਕਿ ਉਹ ਲੋਕ ਜਿਨ੍ਹਾਂ ਉੱਤੇ ਨਿਆਂ ਕਰਨ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਚੇਤੇ ਆਵੇ। 1 ਜੁਲਾਈ ਨੂੰ ਮੈਨੂੰ ਨੌਕਰੀ ਤੋਂ ਕੱਢਿਆ ਗਿਆ ਤੇ 8 ਜੁਲਾਈ ਨੂੰ ਪੀ ਚਿਦੰਬਰਮ ਮੇਰੇ ਅਖਬਾਰ ਦੀ ਇੱਕ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਇਦ ਉਹਨਾਂ ਨੂੰ ਚਾਟ ਪਕੌੜੀ ਬਹੁਤ ਪਸੰਦ ਆਈ ਸੀ। ਇੱਥੇ ਇੱਕ ਗੱਲ ਜ਼ਰੂਰ ਮਹੱਤਵਪੂਰਨ ਹੈ ਕਿ ਮੇਰੀ ਨੌਕਰੀ ਭਲੇ ਹੀ ਚਲੇ ਗਈ ਹੋਵੇ, ਪਰ ਮੇਰੇ ਪੱਤਰਕਾਰ ਮਿੱਤਰਾਂ ਨੇ ਕਦੇ ਮੇਰੇ ਸਾਹਮਣੇ ਮੇਰੀ ਨਿੰਦਾ ਨਹੀਂ ਕੀਤੀ ਸੀ, ਬਲਕਿ ਕਈ ਪੱਤਰਕਾਰ ਦੋਸਤ ਉਸੇ ਵਕਤ ਥਾਣੇ ਵੱਲ ਆ ਗਏ ਸਨ, ਜਿਸ ਵਿੱਚ ਆਊਟਲੁੱਕ ਦੇ ਸੈਕਤ ਦੱਤਾ, ਦੀ ਹਿੰਦੂ ਦੇ ਸੰਦੀਪ ਦੀਕਸ਼ਤ, ਦੀ ਨਿਊ ਇੰਡੀਅਨ ਐਕਸਪ੍ਰੈਸ ਦੇ ਗੌਤਮ ਦੱਤ ਸੀ। ਇਹ ਸਹਿਯੋਗ ਬੇਹੱਦ ਸੁਖਦ ਸੀ। ਦੀ ਟੈਲੀਗ੍ਰਾਫ ਵਿੱਚ ਸੁਜਾਨ ਦੱਤਾ ਨੇ ਜਿਸ ਤਰ੍ਹਾਂ ਨਾਲ ਮਾਈ ਫਰੈਂਡ ਐਂਡ ਹੀਰੋ ਜਰਨੈਲ ਸਿੰਘ ਤੇ ਇੱਕ ਪੀਸ ਲਿਖਿਆ, ਉਹ ਦਿਲ ਨੂੰ ਛੂਹਣ ਵਾਲਾ ਸੀ। ਉਹਨਾਂ ਦਾ ਇਹ ਪੀਸ ਕਈ ਸਿੱਖ ਵੈਬਸਾਈਟ ਨੇ ਚੁੱਕਿਆ। ਹਰਤੋਸ਼ ਬਲ ਨੇ ਵੀ ਕਮਾਲ ਦਾ ਲੇਖ ਲਿਖਿਆ ਸੀ। ਤਹਿਲਕਾ ਨੇ ਵੀ ਮੈਨੂੰ ਸਮਰਥਨ ਦਿੱਤਾ ਤੇ ਹਰਿੰਦਰ ਬਵੇਜਾ, ਵੀਰ ਸੰਘਵੀ ਤੇ ਕੰਵਰ ਸੰਧੂ ਵਰਗੇ ਤੁਰੰਤਰ ਪੱਤਰਕਾਰਾਂ ਨੇ ਟੀਵੀ ਤੇ ਵੀ ਮੇਰੇ ਵੱਲੋਂ ਚੁੱਕੇ ਗਏ ਮੁੱਦੇ ਦਾ ਸਮਰਥਨ ਕੀਤਾ। ਇਹ ਬੇਹੱਦ ਸੁਖਦਾਇਕ ਸੀ। ਮੈਨੂੰ ਦੈਨਿਕ ਜਾਗਰਣ ਵਿੱਚ ਲਿਆਉਣ ਵਾਲੇ ਤੇ ਇੱਕ ਵੱਡੇ ਹਿੰਦੀ ਅਖਬਾਰ ਦੇ ਮੁੱਖ ਸੰਪਾਦਕ ਨੇ ਜਿਸ ਤਰ੍ਹਾਂ ਮੈਨੂੰ ਨਿੱਜੀ ਗੱਲਬਾਤ ਵਿੱਚ ਤਸੱਲੀ ਦਿੱਤੀ, ਉਹ ਮੇਰੇ ਲਈ ਬਹੁਤ ਹਿੰਮਤ ਵਧਾਉਣ ਵਾਲੀ ਸੀ। ਮੇਲ ਟੁਡੇ ਦੇ ਸੰਪਾਦਕ ਭਾਰਤ ਭੂਸ਼ਣ ਨੇ ਮੇਰੀ ਨੌਕਰੀ ਜਾਣ ਦੇ ਬਾਅਦ ਆਪਣੇ ਅਖਬਾਰ ਦੇ ਜ਼ਰੀਏ ਮੈਨੂੰ ਆਪਣਾ ਪੱਖ ਰੱਖਣ ਲਈ ਮੌਕਾ ਦਿੱਤਾ। ਉਹ ਦਿਲ ਨੂੰ ਛੋਹ ਗਿਆ। ਇਸ ਘਟਨਾ ਦੇ ਬਾਅਦ ਜਦੋਂ ਮੈਂ 1984 ਦੇ ਪੀੜਤਾਂ ਨੂੰ ਮਿਲਣ ਗਿਆ ਤੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹਨਾਂ ਦੀਆਂ ਅਣਛੂਹੀਆਂ ਦੁੱਖ ਭਰੀਆਂ ਦਾਸਤਾਨਾਂ ਅਜੇ ਵੀ ਦੁਨੀਆ ਦੇ ਸਾਹਮਣੇ ਨਹੀਂ ਆਈਆਂ ਹਨ। ਨਾਜ਼ੀ ਜਰਮਨੀ ਵਿੱਚ ਯਹੂਦੀਆਂ ਦੇ ਕਹਿਰ ਬਾਰੇ ਤਾਂ ਬਹੁਤ ਕੁਝ ਲਿਖਿਆ ਗਿਆ, ਪਰ 1984 ਦਾ ਕਤਲੇਆਮ, ਜੋ ਕਿ ਉਸ ਕਹਿਰ ਤੋਂ ਬਹੁਤ ਵੱਧ ਸੀ, ਨੂੰ ਦਸਤਾਵੇਜ਼ੀ ਰੂਪ ਵਿੱਚ ਸਾਂਭਣ ਤੇ ਦੁਨੀਆ ਦੇ ਸਾਹਮਣੇ ਲਿਆ ਕੇ ਕਤਲੇਆਮ ਦੇ ਸੱਚ ਨੂੰ ਉਜਾਗਰ ਕਰਨ ਦੀ ਲੋੜ ਹੈ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ, ਪੱਤਰਕਾਰ, ਦਿੱਲੀ, ਭਾਗ 12ਵਾਂ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।